मुर्शिद सोना 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 मेरा। कि इस शब्द ਵਿੱਚ ਇਹੀ ਇਸ਼ਾਰਾ ਕੀਤਾ ਕਿ ਰੱਬ ਨੂੰ ਉਹੀ ਪਾ ਸਕਦਾ ਹੈ, ਪ੍ਰਮਾਤਮਾ ਦੀਆਂ ਰਹਿਮਤਾਂ ਨੂੰ ਉਹੀ ਹਾਸਿਲ ਕਰ ਸਕਦਾ ਹੈ ਜਿਹੜਾ ਉਹਦੇ ਭਾਣੇ ਨੂੰ ਮਿੱਠਾ ਮੰਨ ਕੇ ਚਲੇ। ਜੋ ਕੁਦਰਤ ਦਾ ਨਿਯਮ ਹੈ, ਜਦੋਂ ਉਸ ਨਿਯਮ ਦੇ ਅੰਦਰ ਅਸੀਂ ਚੱਲਣਾ ਸ਼ੁਰੂ ਕਰ ਦਿੰਦੇ ਹਾਂ ਤਾਂ ਫਿਰ ਕੁਦਰਤ ਵੀ ਸਾਡਾ ਖਿਆਲ ਰੱਖਦੀ ਹੈ, ਫਿਰ ਕੁਦਰਤ ਹੀ ਸਾਨੂੰ ਸਾਰੀਆਂ ਖੁਸ਼ੀਆਂ ਦੇਣਾ ਸ਼ੁਰੂ ਕਰ ਦਿੰਦੀ ਹੈ। ਇਸ ਲਈ ਇੱਥੇ ਸਾਨੂੰ ਸਾਰਿਆਂ ਨੂੰ ਇੱਕ ਚੀਜ਼ ਸਮਝ ਲੈਣੀ ਚਾਹੀਦੀ ਹੈ ਕਿ ਜਦੋਂ ਵੀ ਅਸੀਂ ਦੇਖਦੇ ਹਾਂ ਨਾ ਕਿਸੇ ਦੀ ਮ੍ਰਿਤਿੂ ਹੁੰਦੀ ਹੈ, ਤਾਂ ਜਿੱਦਾਂ ਮਹਾਤਮਾ ਬੁੱਧ ਨੇ ਇਹ ਬੜੀ ਪਿਆਰੀ ਗੱਲ ਕਹੀ ਹੈ। ਮਹਾਤਮਾ ਬੁੱਧ ਕਹਿੰਦੇ ਜਦੋਂ ਕਿਸੇ ਦੀ ਵੀ ਮ੍ਰਿਤਿੂ ਹੁੰਦੀ ਹੈ, ਮੌਤ ਹੁੰਦੀ ਹੈ, ਤਾਂ ਇੱਕ ਮੌਕਾ ਹੁੰਦਾ ਹੈ ਆਪਣੇ ਜੀਵਨ ਨੂੰ ਸਮਝਣ ਦਾ। ਉਹ ਇੱਕ ਮੌਕਾ ਹੁੰਦਾ ਹੈ ਇਹ ਚੀਜ਼ ਜਾਣਨ ਦਾ ਕਿ ਮੇਰੀ ਜ਼ਿੰਦਗੀ ਕੀ ਹੈ, ਮੈਂ ਆਇਆ ਕਿੱਥੋਂ ਤਾਂ ਮੈਂ ਜਾਣਾ ਕਿੱਥੇ ਹੈ। ਇਸੇ ਲਈ ਤੁਸੀਂ ਅਗਰ ਮਹਾਤਮਾ ਬੁੱਧ ਦੇ ਜੀਵਨ ਨੂੰ ਥੋੜਾ ਜਿਹਾ ਵੀ ਪੜ੍ਹਿਆ ਹੋਏਗਾ ਨਾ ਜਾਂ ਸੁਣਿਆ ਹੋਏਗਾ ਤਾਂ ਇਹ ਮ੍ਰਿਤਿੂ ਦੀ ਘਟਨਾ ਹੀ ਸੀ ਜਿਸ ਨੇ ਮਹਾਤਮਾ ਬੁੱਧ ਦੇ ਪੂਰੇ ਜੀਵਨ ਨੂੰ ਬਦਲ ਕੇ ਰੱਖ ਦਿੱਤਾ। ਜ਼ਰਾ ਗੌਰ ਕਰਨਾ, ਕਿਉਂਕਿ ਇੱਕ ਮ੍ਰਿਤਿੂ ਦੀ ਛੋਟੀ ਜਿਹੀ ਘਟਨਾ, ਨਹੀਂ ਤਾਂ ਜ਼ਰਾ ਸੋਚ ਕੇ ਦੇਖੀਏ ਕਿ ਇਨਸਾਨ ਆਪਣੇ ਜੀਵਨ ਦੇ ਅੰਦਰ ਕਿੰਨੀਆਂ ਅਰਥੀਆਂ ਉੱਠਦੀਆਂ ਦੇਖਦਾ ਹੈ, ਕਿੰਨੀਆਂ ਚਿਤਾਵਾਂ ਸੜਦੀਆਂ ਦੇਖਦਾ ਹੈ, ਪਰ ਫਿਰ ਵੀ ਇਨਸਾਨ ਦੇ ਜੀਵਨ 'ਚ ਕੋਈ ਬਦਲਾਵ ਨਹੀਂ ਆਉਂਦਾ। ਔਰ ਇੱਕ ਛੋਟੀ ਜਿਹੀ ਘਟਨਾ ਸੀ ਜਿਸ ਨੇ ਮਹਾਤਮਾ ਬੁੱਧ ਦੀ ਪੂਰੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ। ਸ਼ਾਇਦ ਤੁਸੀਂ ਸੁਣਿਆ ਹੋਵੇ ਕਿ ਜਦੋਂ ਮਹਾਤਮਾ ਬੁੱਧ ਨਾ ਕਹਿੰਦੇ ਕਿਤੇ ਨੌਜਵਾਨਾਂ ਦੀ ਸਭਾ ਸੀ, ਆਪਣੇ ਸਾਰਥੀ ਦੇ ਨਾਲ ਜਾ ਰਹੇ ਸੀ। ਜਦੋਂ ਜਾ ਰਹੇ ਸੀ ਤਾਂ ਅੱਜ ਤੱਕ ਉਹਨਾਂ ਨੂੰ ਹਰ ਚੀਜ਼ ਤੋਂ ਬਚਾਇਆ ਗਿਆ ਸੀ। ਬਚਾਉਣ ਦਾ ਮਤਲਬ ਕਿ ਉਹਨਾਂ ਨੂੰ ਕੋਈ ਮ੍ਰਿਤਿੂ ਨਜ਼ਰ ਨਾ ਆਵੇ, ਕਿਉਂਕਿ ਜਦੋਂ ਉਹਨਾਂ ਦਾ ਜਨਮ ਹੋਇਆ ਸੀ ਤਾਂ ਕਿਸੇ ਜੋਤਸ਼ੀ ਨੇ ਦੱਸ ਦਿੱਤਾ ਸੀਗਾ ਕਿ ਭਾਈ ਇਹ ਜਾਂ ਤਾਂ ਬਹੁਤ ਚੱਕਰਵਰਤੀ ਸਮਰਾਟ ਬਣੇਗਾ ਔਰ ਜਾਂ ਫਿਰ ਬਹੁਤ ਬੜਾ ਸੰਨਿਆਸੀ ਬਣੇਗਾ। ਤਾਂ ਹੁਣ ਪਿਤਾ ਦੀ ਇਹੀ ਇੱਛਾ ਸੀ ਕਿ ਇਹ ਸੰਨਿਆਸੀ ਨਾ ਬਣੇ, ਇਹ ਚੱਕਰਵਰਤੀ ਸਮਰਾਟ ਬਣੇ। ਇਸ ਲਈ ਉਹਨਾਂ ਨੇ ਇਦਾਂ ਦੇ ਹਾਲਾਤ ਵਿੱਚ ਮਹਾਤਮਾ ਬੁੱਧ ਨੂੰ ਰੱਖਿਆ ਕਿ ਇਹਨਾਂ ਨੂੰ ਨਾ ਮੌਤ ਨਜ਼ਰ ਆਵੇ, ਨਾ ਹੀ ਕਿਤੇ ਬੁਢਾਪਾ ਨਜ਼ਰ ਆਵੇ, ਨਾ ਹੀ ਕੋਈ ਤਕਲੀਫ ਨਜ਼ਰ ਆਵੇ, ਕਿਉਂਕਿ ਦੁੱਖਾਂ ਤਕਲੀਫਾਂ ਨੂੰ ਦੇਖ ਕੇ ਹੀ ਬੰਦੇ ਦੇ ਮਨ 'ਚ ਭਾਵਨਾ ਉੱਠਦੀ ਹੈ ਕਿ ਮੈਂ ਸੰਨਿਆਸ ਲੈ ਲਵਾਂ। ਜਿੱਦਾਂ ਹੁਣ ਕਈ ਵਾਰ ਹੁੰਦਾ ਨਾ, ਬੰਦਾ ਜਦੋਂ ਘਰ ਦੇ ਵਿੱਚ ਦੁਖੀ ਹੋ ਜਾਂਦਾ, ਬੰਦਾ ਕਹਿੰਦਾ ਦਿਲ ਕਰਦਾ ਘਰ ਛੱਡ ਕੇ ਕਿਤੇ ਚਲਾ ਜਾਵਾਂ। ਤਾਂ ਜੇ ਘਰ ਦੇ ਵਿੱਚ ਹਰ ਸੁੱਖ ਸੁਵਿਧਾ ਮਿਲੇ ਤਾਂ ਫਿਰ ਬੰਦੇ ਦਾ ਦਿਲ ਕਦੀ ਘਰ ਛੱਡਣ ਨੂੰ ਕਰਦਾ ਹੀ ਨਹੀਂ ਹੈ। ਸੋ ਦੱਸਿਆ ਗਿਆ ਕਿ ਇਸ ਤਰ੍ਹਾਂ ਦੇ ਹਾਲਾਤ ਵਿੱਚ ਮਹਾਤਮਾ ਬੁੱਧ ਨੂੰ ਰੱਖਿਆ ਗਿਆ ਸੀਗਾ ਕਿ ਕਿਸੇ ਕਿਸਮ ਦੀ ਤਕਲੀਫ, ਕੋਈ ਪੀੜਾ, ਕੋਈ ਦੁੱਖ ਉਹਨਾਂ ਨੂੰ ਕਦੀ ਨਜ਼ਰ ਆਣ ਨਹੀਂ ਦਿੱਤਾ ਸੀ ਉਹਨਾਂ ਦੇ ਪਿਤਾ ਨੇ। ਪਰ ਇੱਕ ਦਿਨ ਕੀ ਹੋਇਆ, ਹੁਣ ਦੇਖੋ ਕੁਦਰਤ, ਕਿਉਂਕਿ ਕੁਦਰਤ ਨੇ ਜੋ ਕਰਨਾ ਹੈ ਉਹ ਹੋਣੀ ਨੂੰ ਕੋਈ ਕਹਿੰਦੇ ਰੋਕ ਨਹੀਂ ਸਕਦਾ। ਹੁਣ ਕਹਿੰਦੇ ਆ ਕਿ ਜਦੋਂ ਮਹਾਤਮਾ ਬੁੱਧ ਜਾ ਰਹੇ ਸੀ ਤਾਂ ਉਹ ਟਾਈਮ ਸੀ ਕਿੱਦਾਂ ਉਹਨਾਂ ਦੇ ਜੀਵਨ 'ਚ ਬਦਲਾਅ ਆਉਣਾ ਸੀ। ਕਿ ਉਸ ਦਿਨ ਜਦੋਂ ਜਾ ਰਹੇ ਸੀ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਕੀ ਦੇਖਿਆ ਕਿ ਨਜ਼ਰ ਗਈ ਉਹਨਾਂ ਦੀ ਰਸਤੇ ਤੁਰੇ ਜਾਂਦੇ ਇੱਕ ਬਿਰਧ ਤੇ ਜੋ ਲਾਠੀ ਲੈ ਕੇ ਤੁਰਿਆ ਹੋਇਆ ਹੈ, ਯਾਨੀ ਥੋੜਾ ਉਹਨੂੰ ਕੁੱਬ ਪਿਆ ਹੋਇਆ ਹੈ ਬੁਢਾਪੇ ਦੇ ਕਾਰਨ, ਔਰ ਲਾਠੀ ਲੈ ਕੇ ਆਹਿਸਤਾ ਆਹਿਸਤਾ ਜਾ ਰਿਹਾ ਹੈ। ਤਾਂ ਮਹਾਤਮਾ ਬੁੱਧ ਨੇ ਉਦੋਂ ਸਿਧਾਰਥ ਉਹਨਾਂ ਨੇ ਦੇਖਿਆ, ਪੁੱਛਿਆ ਆਪਣੇ ਸਾਰਥੀ ਨੂੰ ਕਿ ਇਸ ਇਨਸਾਨ ਨੂੰ ਕੀ ਹੋ ਗਿਆ, ਇਹਨੂੰ ਕੀ ਹੋ ਗਿਆ, ਕਿਉਂਕਿ ਅੱਜ ਤੱਕ ਕਦੀ ਐਸਾ ਇਨਸਾਨ ਦੇਖਿਆ ਹੀ ਨਹੀਂ ਸੀ, ਹੋਇਆ ਕੀ ਇਸ ਨੂੰ। ਤਾਂ ਉਸਲੇ ਸਾਰਥੀ ਨੇ ਕਿਹਾ, ਮਹਾਰਾਜ ਮੈਂ ਤੁਹਾਡੇ ਨਾਲ ਝੂਠ ਨਹੀਂ ਬੋਲ ਸਕਦਾ, ਤੁਸੀਂ ਯੁਵਰਾਜ ਹੋ, ਰਾਜਕੁਮਾਰ ਹੋ, ਵੀ ਇਹ ਇਨਸਾਨ ਬਿਰਧ ਹੋ ਗਿਆ ਹੈ, ਇਹਨੂੰ ਬੁਢਾਪਾ ਆ ਗਿਆ ਹੈ। ਉਹ ਕਹਿੰਦੇ ਬੁਢਾਪਾ ਕੀ ਹੁੰਦਾ ਹੈ, ਇਹ ਬਿਰਧ ਕੀ ਪਨ ਕੀ ਹੁੰਦਾ ਹੈ, ਬੁਢਾਪਾ ਕੀ ਹੁੰਦਾ ਹੈ। ਤਾਂ ਜਿਸ ਵੇਲੇ ਪੁੱਛਿਆ ਤਾਂ ਉਹਨੇ ਕਿਹਾ ਕਿ ਮਹਾਰਾਜ ਜੋ ਵੀ ਜਨਮ ਲੈਂਦਾ ਹੈ ਪਹਿਲਾਂ ਜਵਾਨ ਹੁੰਦਾ ਹੈ, ਫਿਰ ਹੌਲੀ ਹੌਲੀ ਉਹਨੂੰ ਬੁਢਾਪਾ ਆਉਂਦਾ ਹੈ, ਇਨਸਾਨ ਦੇ ਸਰੀਰ ਅੰਦਰ ਬਦਲਾਵ ਆਉਂਦਾ ਹੈ। ਤਾਂ ਫਿਰ ਉਸ ਵੇਲੇ ਸਿਧਾਰਥ ਨੇ ਪੁੱਛਿਆ ਕਿ ਕੀ ਇਹ ਬਦਲਾਵ ਮੇਰੇ ਅੰਦਰ ਵੀ ਆਏਗਾ, ਜੋ ਇਹ ਹਾਲਤ ਹੈ ਮੇਰੀ ਵੀ ਹੋਏਗੀ। ਤਾਂ ਉਸ ਵੇਲੇ ਉਹਨਾਂ ਨੇ ਕਿਹਾ ਹਾਂ, ਇਹ ਗੱਲ ਤਾਂ ਪੱਕੀ ਹੈ ਕਿ ਜਿਸ ਨੇ ਜਨਮ ਲਿਆ ਹੈ ਉਹ ਬਚਪਨ ਤੋਂ ਜਵਾਨੀ ਔਰ ਜਵਾਨੀ ਤੋਂ ਬੁਢਾਪਾ ਤਾਂ ਮਹਾਰਾਜ ਤੁਹਾਡੇ ਤੇ ਵੀ ਆਣਾ ਹੀ ਹੈ। ਕਹਿੰਦੇ ਇੰਨੀ ਗੱਲ ਸੁਣ ਕੇ ਮਹਾਤਮਾ ਬੁੱਧ ਥੋੜੀ ਦੇਰ ਵਾਸਤੇ ਖਾਮੋਸ਼ ਹੋ ਗਏ, ਚੁੱਪ ਹੋ ਗਏ। ਹੁਣ ਜ਼ਰਾ ਸਮਝਣਾ ਸਾਰਿਆਂ ਨੇ, ਇਹ ਚੁੱਪ ਹੋਣ ਦਾ ਮਤਲਬ ਕੀ ਹੈ ਕਿ ਜਿਸ ਵੇਲੇ ਸਵਾਲ ਕੀਤਾ ਕਿ ਜੋ ਇਹਦੇ ਨਾਲ ਹੋਇਆ ਕਿ ਇਹ ਮੇਰੇ ਨਾਲ ਵੀ ਹੋਣਾ ਹੈ, ਇਹ ਸਭ ਤੋਂ ਬੜਾ ਕੁਐਸਚਨ ਹੈ, ਇੱਕ ਸਭ ਤੋਂ ਬੜਾ ਇੱਕ ਸਵਾਲ ਹੈ। ਅਗਰ ਇਹ ਪੁੱਛੀਏ ਨਾ ਆਪਣੇ ਆਪ ਨਾਲ ਅਸੀਂ, ਤਾਂ ਫਿਰ ਸਾਡੇ ਜੀਵਨ 'ਚ ਬਦਲਾਵ ਦੀ ਸ਼ੁਰੂਆਤ ਤਾਂ ਉੱਥੋਂ ਹੀ ਹੋ ਜਾਂਦੀ ਹੈ। ਪਰ ਜ਼ਰਾ ਸੱਚ ਦੱਸਿਓ ਕਿ ਕਦੀ ਸਾਡੇ ਅੰਦਰ ਕਿਸੇ ਨੂੰ ਮਰਦਾ ਦੇਖ ਕੇ ਸਵਾਲ ਆਉਂਦਾ ਕਿ ਕੀ ਇਹ ਮੇਰੇ ਨਾਲ ਵੀ ਹੋਣਾ ਹੈ, ਕਿ ਅੱਜ ਇਹ ਬਿਰਧ ਹੈ, ਕਿ ਇਹ ਬੁਢਾਪਾ ਮੇਰੇ ਤੇ ਵੀ ਆਉਣਾ ਹੈ। ਹਾਲਾਂਕਿ ਪਤਾ ਹੁੰਦਾ ਇਨਸਾਨ ਨੂੰ, ਪਰ ਇਨਸਾਨ ਉਹਦੇ ਬਾਰੇ ਸਵਾਲ ਨਹੀਂ ਕਰਦਾ, ਕੁਐਸਚਨ ਨਹੀਂ ਕਰਦਾ, ਪੁੱਛਦਾ ਨਹੀਂ ਆਪਣੇ ਆਪ ਨੂੰ। ਉਹ ਤਾਂ ਜਦੋਂ ਚੀਜ਼ ਆ ਜਾਂਦੀ ਹੈ ਤਾਂ ਫਿਰ ਬੰਦਾ ਕਹਿੰਦਾ ਬੁੜਾ ਹੋ ਗਿਆ ਮੈਂ।
ਪਰ ਜੇ ਪਹਿਲਾਂ ਹੀ ਅਸੀਂ ਕੁਐਸਚਨ ਕਰੀਏ ਇਹ ਚੀਜ਼ ਮੇਰੇ ਨਾਲ ਆਣੀ ਹੈ, ਮੇਰੇ ਨਾਲ ਹੋਣੀ ਹੈ, ਤਾਂ ਮੈਂ ਐਸਾ ਕੀ ਕਰ ਸਕਦਾ ਹਾਂ ਕਿ ਮੈਂ ਇਹਦਾ ਸਾਹਮਣਾ ਕਰਨ ਵਾਸਤੇ ਤਿਆਰ ਹੋ ਜਾਵਾਂ, ਤਾਂ ਫਿਰ ਬਹੁਤ ਐਸੇ ਹੱਲ ਹੈ। ਸਮਝਦੇ ਹੋ ਕਿ ਨਹੀਂ? ਫਿਰ ਬਹੁਤ ਐਸੇ ਹੱਲ ਹੈ ਅਗਰ ਇਨਸਾਨ ਉਹਨਾਂ ਨੂੰ ਸਮਝੇ। ਤਾਂ ਅੱਜ ਸਾਇੰਸ ਵੀ ਇਹ ਚੀਜ਼ ਨੂੰ ਮੰਨਦੀ ਹੈ ਕਿ ਅਗਰ ਇਨਸਾਨ ਤਿਆਰੀ ਕਰਨੀ ਸ਼ੁਰੂ ਕਰ ਦੇਵੇ ਨਾ, ਬੁਢਾਪੇ ਨੂੰ ਵੀ ਥੋੜਾ ਟਾਲਿਆ ਜਾ ਸਕਦਾ, ਆਪਣੀਆਂ ਬਿਮਾਰੀਆਂ ਨੂੰ ਟਾਲਿਆ ਜਾ ਸਕਦਾ ਹੈ। ਅੱਜ ਸਾਇੰਸ ਵੀ ਇਹ ਚੀਜ਼ ਮੰਨਦੀ ਹੈ। ਨਹੀਂ ਤਾਂ ਦੱਸਣਾ ਚਾਹਾਂ ਕਿ ਡਾਕਟਰ ਬਰੂਸ ਲਿਪਟਨ ਇੱਕ ਬਹੁਤ ਬੜੇ ਸਾਇੰਟਿਸਟ ਵੀ ਹੋਏ, ਡਾਕਟਰ ਵੀ ਹੈ, ਉਹਨਾਂ ਨੇ ਇਸ ਤੇ ਬੜੀ ਖੋਜ ਕੀਤੀ ਕਿ ਇਨਸਾਨ ਦਾ ਜਿਹੜਾ ਜਿਸਮ ਹੈ ਨਾ, ਉਹ ਦੱਸਦੇ ਆ ਕਿ 50,000 ਕਰੋੜ ਸੈੱਲਾਂ ਤੋਂ ਬਣਿਆ ਹੋਇਆ ਹੈ। ਡਾਕਟਰ ਬਰੂਸ ਲਿਪਟਨ ਨਾਮ ਵੀ ਇਸ ਲਈ ਦੱਸ ਰਹੇ ਹਾਂ ਕਿ ਉਹਨਾਂ ਦੀ ਰਿਸਰਚ ਬਾਰੇ ਤੁਸੀਂ ਪੜ੍ਹ ਸਕਦੇ ਹੋ ਕਿ ਉਹਨਾਂ ਨੇ ਇਹ ਸਾਬਿਤ ਕੀਤਾ ਹੈ ਆਪਣੀ ਰਿਸਰਚ ਤੋਂ ਕਿ ਇਨਸਾਨ ਦੀ ਜਿਹੜੀ ਇਹ ਪੂਰੀ ਬਾਡੀ ਹੈ, ਪੂਰਾ ਜਿਸਮ ਹੈ, ਇਹ 50,000 ਕਰੋੜ ਸੈੱਲਾਂ ਤੋਂ ਬਣਿਆ ਹੈ, 50 ਟ੍ਰਿਲੀਅਨ ਸੈੱਲਸ ਤੋਂ ਬਣਿਆ ਹੈ ਇਨਸਾਨ ਦਾ ਇਹ ਸਰੀਰ। ਕਿ ਅਗਰ ਇਨਸਾਨ ਨੂੰ ਇਹ ਸੈੱਲਾਂ ਦੇ ਵਰਕ ਕਰਨ ਦਾ, ਕੰਮ ਕਰਨ ਦਾ ਪਤਾ ਲੱਗ ਜਾਵੇ ਤਾਂ ਇਨਸਾਨ ਆਪਣੇ ਜੀਵਨ ਦੀਆਂ ਕਈ ਬਿਮਾਰੀਆਂ ਨੂੰ, ਕਈ ਤਕਲੀਫਾਂ ਨੂੰ ਦੂਰ ਕਰ ਸਕਦਾ ਹੈ। ਉਹ ਦੱਸਦੇ ਕਿ ਸੈੱਲ ਕੁਝ ਸਮੇਂ ਬਾਅਦ, ਕੁਝ ਮਹੀਨਿਆਂ ਬਾਅਦ ਇਹ ਸੈੱਲ ਬਦਲਦੇ ਰਹਿੰਦੇ ਆ, ਆਕਾਰ ਬਦਲਦੇ ਆ ਇਹ। ਪਰ ਉਹ ਸਭ ਤੋਂ ਬੜਾ ਪ੍ਰਭਾਵ ਸਾਡੀ ਬਾਡੀ ਤੇ ਕਿਹੜਾ ਪੈਂਦਾ ਹੈ? ਸਾਡੀ ਸੋਚ ਦਾ। ਸਮਝਦੇ ਹੋ ਕਿ ਨਹੀਂ? ਜਿੱਦਾਂ ਕਹਿ ਲਓ ਨਾ ਕਿ ਕੰਪਿਊਟਰ ਹੁੰਦਾ ਹੈ, ਉਹ ਕੰਪਿਊਟਰ ਦਾ ਰਿਮੋਟ ਤੁਹਾਡੇ ਹੱਥ 'ਚ ਹੈ। ਜੇ ਕੰਪਿਊਟਰ ਛੱਡੋ, ਸਮਝ ਲਓ ਕਿ ਟੀਵੀ ਹੈ, ਟੀਵੀ ਦਾ ਰਿਮੋਟ ਤੁਹਾਡੇ ਹੱਥ 'ਚ ਹੈ। ਹੁਣ ਜੋ ਤੁਹਾਡੀ ਸੋਚ ਆਣੀ ਹੈ, ਤੁਸੀਂ ਉਹੀ ਬਟਨ ਦਬਾਉਣਾ ਤਾਂ ਚੈਨਲ ਚੱਲ ਪੈਣਾ ਉਹ। ਸਮਝਦੇ ਹੋ ਕਿ ਨਹੀਂ? ਹੁਣ ਫਰਜ਼ ਕਰੋ ਟੀਵੀ ਤੁਹਾਡੇ ਸਾਹਮਣੇ, ਰਿਮੋਟ ਤੁਹਾਡੇ ਹੱਥ 'ਚ, ਤੁਸੀਂ ਸੋਚਦੇ ਹੋ ਮੈਂ ਸਟਾਰ ਪਲੱਸ ਦੇਖਣਾ ਹੈ, ਤਾਂ ਰਿਮੋਟ ਤੇ ਕਿਹੜਾ ਬਟਨ ਦਬਾਉਣਾ? ਤੁਸੀਂ ਸਟਾਰ ਪਲੱਸ ਲੱਭਣਾ। ਤੁਸੀਂ ਕਹਿਣਾ ਨਹੀਂ ਜੀ ਟੀਵੀ ਦੇਖਣਾ ਹੈ, ਜਾਂ ਸੋਨੀ ਟੀਵੀ ਦੇਖਣਾ ਹੈ, ਜਾਂ ਮੈਂ ਨਿਊਜ਼ ਦੇਖਣੀ ਹੈ, ਮੈਂ ਆਹ ਚੀਜ਼ ਦੇਖਣੀ ਹੈ। ਇਸੇ ਤਰ੍ਹਾਂ ਤਾਂ ਤੁਸੀਂ ਦੇਖ ਲਓ ਨਾ, ਬੱਚੇ ਨੂੰ ਰਿਮੋਟ ਦੇ ਦਿਓ ਤਾਂ ਬੱਚਾ ਸਾਰੇ ਚੈਨਲ ਕਰਦਾ ਕਰਦਾ ਉੱਥੇ ਪਹੁੰਚੇਗਾ ਜਿੱਥੇ ਕਾਰਟੂਨ ਚੱਲਦਾ ਹੋਏਗਾ, ਕਿਉਂਕਿ ਉਹਨੂੰ ਵੀ ਸੈਂਸ ਹੈ, ਸਮਝ ਹੈ ਕਿ ਉਹ ਰਿਮੋਟ ਨੇ ਕੰਮ ਉਦਾਂ ਕਰਨਾ ਹੈ ਕਿ ਜਦੋਂ ਉਹਦੀ ਪਸੰਦ ਦਾ ਚੈਨਲ ਆ ਗਿਆ ਤਾਂ ਚੱਲਣਾ ਸ਼ੁਰੂ ਹੋ ਜਾਣਾ, ਰਿਮੋਟ ਰੱਖ ਦੇਣਾ ਹੈ। ਬਸ ਇਸੇ ਤਰ੍ਹਾਂ ਸਮਝ ਲਓ ਕਿ ਇਹ ਜੋ ਸਾਡੇ ਸੈੱਲ ਹੈ ਨਾ, ਇਹ ਸਾਡਾ ਬ੍ਰੇਨ, ਇਹ ਸਾਡੀ ਸੋਚ, ਇਹ ਰਿਮੋਟ ਦਾ ਕੰਮ ਕਰਦਾ ਹੈ। ਔਰ ਜਿੱਦਾਂ ਦੀ ਸਾਡੀ ਸੋਚ ਹੁੰਦੀ ਹੈ, ਸਾਡੇ ਸਰੀਰ ਤੇ ਵੈਸਾ ਪ੍ਰਭਾਵ ਪੈਣਾ ਸ਼ੁਰੂ ਹੋ ਜਾਂਦਾ ਹੈ। ਸਮਝਦੇ ਹੋ ਕਿ ਨਹੀਂ? ਹੁਣ ਜਦੋਂ ਇਨਸਾਨ ਇਸ ਚੀਜ਼ ਦੇ ਬਾਰੇ ਥੋੜਾ ਜਿਹਾ ਜਾਗਰੂਕ ਹੋ ਜਾਂਦਾ ਹੈ, ਯਾਨੀ ਥੋੜਾ ਜਿਹਾ ਹੋਸ਼ ਨਾਲ ਭਰ ਜਾਂਦਾ ਹੈ ਕਿ ਮੇਰੀ ਸੋਚ ਦਾ ਪ੍ਰਭਾਵ ਮੇਰੇ ਜੀਵਨ ਤੇ ਪੈਂਦਾ ਹੈ, ਤਾਂ ਫਿਰ ਜਿੰਨਾ ਇਨਸਾਨ ਆਪਣੀ ਸੋਚ ਨੂੰ ਪੋਜ਼ਿਟਿਵ ਰੱਖਣਾ ਸ਼ੁਰੂ ਕਰ ਦਿੰਦਾ ਹੈ, ਜਿੰਨਾ ਇਨਸਾਨ ਆਪਣੀ ਸੋਚ ਨੂੰ ਅੱਛਾ ਰੱਖਣਾ ਸ਼ੁਰੂ ਕਰ ਦਿੰਦਾ, ਉਨਾ ਉਹਦੇ ਜੀਵਨ 'ਚ, ਉਹਦੀ ਬੋਡੀ 'ਚ ਅੱਛੇ ਪ੍ਰਭਾਵ ਆਣੇ ਸ਼ੁਰੂ ਹੋ ਜਾਂਦੇ ਹੈ। ਤਾਂ ਹੀ ਤਾਂ ਜ਼ਰਾ ਗੌਰ ਕਰਨਾ। ਅਸੀਂ ਕਈ ਵਾਰ ਇਹ ਚੀਜ਼ ਦਾ ਕਹੀਦਾ ਹੈ ਕਿ ਤੁਸੀਂ ਕਿਸੇ ਨੂੰ ਨਾ ਡਰਾਵਣੀ ਕਹਾਣੀ ਸੁਣਾ ਦਿਓ ਤਾਂ ਉਹਦੀ ਸੋਚ ਅੰਦਰ ਡਰ ਪੈਦਾ ਹੋ ਜਾਂਦਾ ਹੈ, ਤੇ ਜਿਹਦੀ ਸੋਚ ਅੰਦਰ ਡਰ ਪੈਦਾ ਹੋ ਜਾਂਦਾ ਉਹ ਹਰ ਜਗ੍ਹਾ ਜਾਣ ਤੋਂ ਕੀ ਕਰੇਗਾ? ਡਰੇਗਾ। ਹੁਣ ਉਹ ਡਰ ਕਿਤੇ ਬਾਹਰ ਨਹੀਂ ਹੈ, ਯਾਨੀ ਉਹ ਡਰਾਉਣ ਵਾਲੀ ਚੀਜ਼ ਕਿਤੇ ਬਾਹਰ ਨਹੀਂ, ਡਰ ਉਹਦੇ ਅੰਦਰ ਪੈਦਾ ਹੋ ਗਿਆ ਤਾਂ ਉਹਨੂੰ ਬਾਹਰੋਂ ਡਰ ਮਿਲਣਾ ਸ਼ੁਰੂ ਹੋ ਜਾਣਾ ਕਿ ਇਸ ਕਮਰੇ 'ਚ ਨਹੀਂ ਜਾਣਾ, ਇਸ ਜਗ੍ਹਾ ਨਹੀਂ ਜਾਣਾ, ਅੱਗੇ ਮੈਨੂੰ ਕੋਈ ਡਰਾਉਣੀ ਚੀਜ਼ ਮਿਲੇਗੀ। ਨਹੀਂ ਤਾਂ ਜ਼ਰਾ ਇੱਕ ਗੱਲ ਦਾ ਜਵਾਬ ਦੇਣਾ ਸਾਨੂੰ ਕਿ ਅਗਰ ਇੱਕ ਬੱਚੇ ਨੂੰ ਤੁਸੀਂ ਦੱਸੀ ਜਾਓਗੇ ਕਿ ਬੇਟਾ ਇਸ ਕਮਰੇ 'ਚ ਭੂਤ ਹੈ, ਇਸ ਕਮਰੇ 'ਚ ਭੂਤ ਹੈ, ਇਸ ਕਮਰੇ 'ਚ ਭੂਤ ਹੈ, ਤਾਂ ਫਿਰ ਉਹ ਬੱਚੇ ਤੇ ਕੀ ਪ੍ਰਭਾਵ ਪਏਗਾ? ਕਿਉਂਕਿ ਬੱਚੇ ਅੰਦਰ ਕਿਹੜੀ, ਹਾਲਾਂਕਿ ਕਮਰੇ 'ਚ ਕੋਈ ਭੂਤ ਹੈ, ਉੱਥੇ ਕੋਈ ਨਹੀਂ ਹੈ ਨਾ। ਬਸ ਅਸੀਂ ਕੀ ਕੀਤਾ? ਸਿਰਫ ਉਹਨੂੰ ਡਰਾ ਦਿੱਤਾ ਕਿ ਇੱਥੇ ਭੂਤ ਹੈ। ਹੁਣ ਉੱਥੇ ਕੋਈ ਭੂਤ ਨਹੀਂ ਹੈ, ਪਰ ਉਹਦੇ ਦਿਮਾਗ ਦੇ ਵਿੱਚ ਸੋਚ ਆ ਗਈ ਭੂਤ ਹੈ, ਤਾਂ ਉਹਨੂੰ ਉੱਥੇ ਭੂਤ ਮਹਿਸੂਸ ਹੋਣਾ ਸ਼ੁਰੂ ਹੋ ਜਾਣਾ। ਜੇ ਚੂਹਾ ਵੀ ਕੋਈ ਗੁਜ਼ਰੇਗਾ ਨਾ, ਉੱਥੇ ਆਵਾਜ਼ ਕਰੇਗਾ ਤਾਂ ਉਹਨੂੰ ਲੱਗਣਾ ਚੂਹਾ ਨਹੀਂ ਹੈ, ਇਹ ਕੋਈ ਕੀ ਹੈ? ਭੂਤ ਹੈ। ਇਸ ਲਈ ਪ੍ਰਭਾਵ ਸਾਡੀ ਸੋਚ ਦਾ। ਹੁਣ ਇੱਥੇ ਇਹੀ ਗੱਲ ਅਸੀਂ ਸਾਰਿਆਂ ਨੇ ਸਮਝਣੀ ਹੈ ਕਿ ਮਹਾਤਮਾ ਬੁੱਧ ਨੇ ਜਦੋਂ ਆਪਣੇ ਆਪ ਨੂੰ ਕੁਐਸਚਨ ਕੀਤਾ ਨਾ ਕਿ ਇਹ ਮੇਰੇ ਨਾਲ ਵੀ ਹੋਏਗਾ, ਔਰ ਫਿਰ ਜ਼ਰਾ ਗੌਰ ਕਰਨਾ, ਥੋੜੀ ਦੇਰ ਵਾਸਤੇ ਚੁੱਪ ਹੋ ਗਏ। ਸਾਰਥੀ ਰੱਥ ਲੈ ਕੇ ਅੱਗੇ ਜਾ ਰਿਹਾ ਹੈ, ਅੱਗੇ ਜਾ ਰਿਹਾ ਤਾਂ ਦੂਸਰੀ ਚੀਜ਼ ਉਹਨਾਂ ਨੇ ਕੀ ਦੇਖੀ? ਇੱਕ ਅਰਥੀ ਜਾ ਰਹੀ ਹੈ। ਜਦੋਂ ਅਰਥੀ ਜਾ ਰਹੀ ਹੈ ਤਾਂ ਫਿਰ ਪੁੱਛਿਆ ਇਹ ਕੀ ਹੋ ਗਿਆ? ਇਹ ਕਿਹਨੂੰ ਚੱਕ ਕੇ ਲਿਜਾ ਰਹੇ ਇੰਨੇ ਇਨਸਾਨ? ਕਿਉਂਕਿ ਕਫਨ ਦੇ ਵਿੱਚ ਢਕਿਆ ਹੋਇਆ ਹੈ ਮੁਰਦੇ ਦਾ ਸਰੀਰ, ਉਹਨੂੰ ਲੈ ਕੇ ਜਾ ਰਹੇ ਹੈ। ਤਾਂ ਮਹਾਤਮਾ ਬੁੱਧ ਪੁੱਛਦੇ ਹੈ ਇਹ ਕੀ ਹੋ ਗਿਆ ਭਾਈ? ਸਾਰਥੀ ਨੂੰ ਪੁੱਛਿਆ ਇਹ ਕੌਣ ਹੈ? ਇਹ ਸਾਰੇ ਇਨਸਾਨ ਕਿਹਨੂੰ ਲੈ ਕੇ ਜਾ ਰਹੇ? ਕੀ ਇਹਨਾਂ ਦੇ ਕੰਧੇ ਤੇ ਕੀ ਚੱਕਿਆ ਹੋਇਆ ਹੈ? ਤਾਂ ਸਾਰਥੀ ਨੇ ਫਿਰ ਦੱਸਿਆ, ਕਹਿੰਦੇ ਮਹਾਰਾਜ ਕੋਈ ਬੰਦਾ ਮਰ ਗਿਆ, ਇਹ ਉਹਦੀ ਅਰਥੀ ਲੈ ਕੇ ਜਾ ਰਹੇ ਹੈ, ਸ਼ਮਸ਼ਾਨ ਨੂੰ ਲੈ ਕੇ ਜਾ ਰਹੇ ਹੈ। ਮਹਾਤਮਾ ਬੁੱਧ ਕਹਿੰਦੇ ਮਰ ਗਿਆ ਮਤਲਬ? ਮਰ ਗਿਆ ਮਤਲਬ? ਉਹ ਕਹਿੰਦਾ ਮਹਾਰਾਜ ਜਦੋਂ ਅੰਦਰੋਂ ਪ੍ਰਾਣ ਨਿਕਲ ਜਾਂਦੇ ਆ ਤਾਂ ਬੰਦਾ ਖਤਮ, ਫਿਰ ਬੰਦਾ ਖਤਮ, ਫਿਰ ਬੰਦਾ ਕਿਸੇ ਕੰਮ ਦਾ ਨਹੀਂ ਹੈ, ਫਿਰ ਲਿਜਾ ਕੇ ਉਹਨੂੰ ਸਾੜ ਦਿੱਤਾ ਜਾਂਦਾ ਹੈ। ਜਦੋਂ ਇੰਨੀ ਗੱਲ ਸੁਣੀ ਮਹਾਤਮਾ ਬੁੱਧ ਨੇ ਤਾਂ ਉਸ ਵੇਲੇ ਪੁੱਛਿਆ ਕਿ ਇੱਕ ਦਿਨ ਮੈਂ ਵੀ ਮਰਨਾ ਹੈ? ਕਿ ਇੱਕ ਦਿਨ
ਮੈਂ ਵੀ ਮਰਨਾ ਹੈ? ਉਹਨਾਂ ਕਹਿੰਦਾ ਹਾਂ ਮਹਾਰਾਜ, ਤੁਸੀਂ ਵੀ ਇੱਕ ਦਿਨ ਮਰਨਾ ਹੈ, ਕਿਉਂਕਿ ਮੌਤ ਤਾਂ ਸਭ ਨੂੰ ਆ ਕੇ ਰਹਿਣੀ ਹੈ। ਕਹਾਣੀ ਤਾਂ ਬਹੁਤ ਵਿਸਤਾਰ ਨਾਲ, ਪਰ ਅਸੀਂ ਸ਼ਾਰਟ 'ਚ ਦੱਸ ਰਹੇ ਹਾਂ, ਕਿਉਂਕਿ ਕੁਝ ਚੀਜ਼ਾਂ ਹੁੰਦੀਆਂ ਹੈ, ਉਹਨਾਂ ਦੇ ਇਸ਼ਾਰੇ ਹੀ ਅਗਰ ਅਸੀਂ ਸਮਝ ਲਈਏ ਤਾਂ ਸਾਡੇ ਜੀਵਨ 'ਚ ਵੀ ਬਦਲਾਵ ਆ ਸਕਦਾ ਹੈ। ਹੁਣ ਜਿਸ ਵੇਲੇ ਇੰਨੀ ਗੱਲ ਸੁਣੀ ਮਹਾਤਮਾ ਬੁੱਧ ਨੇ, ਇੱਕ ਦਿਨ ਮੈਂ ਵੀ ਮਰਨਾ ਹੈ, ਤਾਂ ਫਿਰ ਕਹਿੰਦੇ ਰੱਥ ਰੋਕ। ਹੁਣ ਸਭਾ ਜਾਣ ਦੀ ਤਾਂ ਲੋੜ ਹੀ ਨਹੀਂ ਰਹਿ ਗਈ, ਰੱਥ ਰੋਕ। ਹੁਣ ਉਹਨੇ ਰੱਥ ਰੋਕਿਆ। ਕਹਿੰਦੇ ਯੁਵਰਾਜ ਕੀ ਹੋਇਆ? ਤੁਸੀਂ ਹਾਲੇ ਜਵਾਨ ਹੋ, ਯੁਵਾ ਹੋ, ਹਾਲੇ ਤੁਸੀਂ ਯੁਵਾ ਹੋ, ਜਵਾਨ ਹੋ, ਤੁਸੀਂ ਹੁਣੇ ਕਿਉਂ ਮੌਤ ਬਾਰੇ ਸੋਚ ਰਹੇ ਹੋ? ਮਹਾਤਮਾ ਬੁੱਧ ਕਹਿੰਦੇ ਜਿਹੜੀ ਚੀਜ਼ ਹੁਣੀ ਹੈ ਨਾ, ਉਹਦੇ ਬਾਰੇ ਅੱਜ ਹੀ ਵਿਚਾਰ ਕਰਨਾ ਜ਼ਰੂਰੀ ਹੈ। ਹੁਣ ਫਰਜ਼ ਕਰੋ ਬਰਸਾਤ ਹੋਣ ਵਾਲੀ, ਤਾਂ ਬੰਦਾ ਕਹੇ ਕੋਈ ਨਹੀਂ, ਹਾਲੇ ਕਿਹੜਾ ਬਰਸਾਤ ਆ ਗਈ, ਛੱਤ ਬਾਅਦ ਚੋਂ ਲਿਪ ਲਵਾਂਗੇ, ਇਹਨੂੰ ਬਾਅਦ ਚੋਂ ਲੈਂਟਰ ਪਾ ਲਵਾਂਗੇ, ਤਾਂ ਉਹ ਸਮਝਦਾਰੀ ਨਹੀਂ ਹੈ। ਸਮਝਦਾਰੀ ਉਹ ਕਿ ਜਿਹੜੀ ਚੀਜ਼ ਹੋਣੀ ਹੈ ਉਹਦਾ ਇੰਤਜ਼ਾਮ ਪਹਿਲੇ ਹੀ ਕਰ ਲਿਆ ਜਾਵੇ। ਜਿੱਦਾਂ ਕਹਿੰਦੇ ਨੇ, ਇੱਕ ਬਜ਼ੁਰਗ ਕਿਸਾਨ ਸੀ, ਇੱਕ ਬਜ਼ੁਰਗ ਕਿਸਾਨ ਸੀ, ਤਾਂ ਉਹਨੇ ਜਦ ਤੱਕ ਤੋਂ ਤੰਦਰੁਸਤ ਸੀ, ਹੱਥ ਪੈਰ ਚੱਲਦੇ ਸੀ, ਉਹ ਆਪ ਕੰਮ ਕਰਦਾ ਰਿਹਾ ਖੇਤਾਂ 'ਚ, ਆਪਣੀ ਫਸਲ ਸੰਭਾਲਦਾ ਰਿਹਾ, ਦੇਖ ਰੇਖ ਕਰਦਾ ਰਿਹਾ। ਪਰ ਜਦੋਂ ਹੁਣ ਵਿਰਧ ਹੋ ਗਿਆ ਤਾਂ ਉਹਦੇ ਮਨ 'ਚ ਆਇਆ ਕਿ ਕੋਈ ਨੌਕਰ ਰੱਖ ਲਵਾਂ, ਦਿਹਾੜੀ ਤੇ ਕੋਈ ਨੌਕਰ ਰੱਖ ਲਵਾਂ, ਕਿਉਂਕਿ ਮੇਰੇ ਤੋਂ ਇਕੱਲੇ ਤੋਂ ਹੁਣ ਇੰਨਾ ਕੰਮ ਨਹੀਂ ਹੁੰਦਾ। ਤਾਂ ਉਸਨੇ ਫਿਰ ਐਲਾਨ ਕੀਤਾ ਕਿ ਮੈਨੂੰ ਕੁਝ ਨੌਕਰ ਚਾਹੀਦੇ ਹੈ। ਜਿੱਦਾਂ ਬੰਦਾ ਅੱਜ ਕੱਲ੍ਹ ਤਾਂ ਹੁੰਦਾ ਕਿ ਪੇਪਰ ਤੇ ਕੱਢ ਦਿੰਦਾ ਹੈ ਜਾਂ ਦੂਜਿਆਂ ਨੂੰ ਖਬਰ ਦੇ ਦਿੰਦਾ ਹੈ ਕਿ ਇੱਥੇ ਮੈਨੂੰ ਜ਼ਰੂਰਤ ਹੈ ਕਿਸੇ ਕੰਮ ਕਰਨ ਵਾਲੇ ਆਦਮੀ ਦੀ। ਉਹਨਾਂ ਵੀ ਆਲੇ ਦੁਆਲੇ ਲੋਕਾਂ ਨੂੰ ਕਹਿ ਦਿੱਤਾ ਕਿ ਭਾਈ ਦੇਖਿਓ ਕੋਈ ਅੱਛਾ ਨੌਜਵਾਨ ਹੋਵੇ। ਤਾਂ ਇੱਕ ਦਿਨ ਇੱਕ ਨੌਜਵਾਨ ਆਇਆ ਔਰ ਆ ਕੇ ਕਹਿਣ ਲੱਗਾ ਉਸ ਕਿਸਾਨ ਬਿਰਧ ਨੂੰ, ਕਹਿੰਦਾ ਬਜ਼ੁਰਗੋ ਮੈਂ ਕੰਮ ਕਰਨ ਨੂੰ ਤਿਆਰ ਹਾਂ ਤੁਹਾਡੇ ਕੋਲ। ਤਾਂ ਉਸਲੇ ਬਜ਼ੁਰਗ ਕਹਿੰਦੇ ਤੇਰੀ ਖਾਸੀਅਤ ਕੀ ਹੈ? ਤੇਰੀ ਖਾਸੀਅਤ ਕੀ ਹੈ? ਪਹਿਲਾਂ ਗੁਣ ਤਾਂ ਤੇਰੇ ਪਤਾ ਲੱਗਣ ਕਿ ਤੈਨੂੰ ਫਸਲ ਬਾਰੇ ਪਤਾ ਵੀ ਹੈ, ਕਿਉਂਕਿ ਕਿਸਾਨ ਦਾ ਕੰਮ ਕਰਨਾ ਵੀ ਕੋਈ ਸੌਖੀ ਗੱਲ ਨਹੀਂ ਹੈ। ਕਿ ਬੀਜ ਬਾਰੇ ਗਿਆਨ ਹੋਣਾ, ਜ਼ਮੀਨ ਬਾਰੇ ਗਿਆਨ ਹੋਣਾ, ਕਦੋਂ ਫਸਲ ਬੋਣੀ ਹੈ, ਕਦੋਂ ਕੱਟਣੀ ਹੈ, ਕਿੱਦਾਂ ਰਾਖੀ ਕਰਨੀ ਹੈ, ਕਿਹੜੀ ਖਾਦ ਪਾਣੀ ਹੈ, ਕਿ ਤੈਨੂੰ ਸਾਰੀ ਨੌਲੇਜ ਹੈ, ਸਮਝ ਹੈ ਕਿ ਨਹੀਂ ਤੈਨੂੰ? ਉਹ ਕਹਿੰਦਾ ਮਾਰੇ ਮੈਨੂੰ ਸਾਰੀ ਸਮਝ ਹੈ। ਕਹਿੰਦੇ ਅੱਛਾ ਇਹ ਦੱਸ, ਜਦੋਂ ਤੂਫਾਨ ਆਏਗਾ, ਜਦੋਂ ਤੂਫਾਨ ਆਏਗਾ ਜਾਂ ਬਰਸਾਤ ਜ਼ਿਆਦਾ ਹੋਏਗੀ ਫਿਰ ਤੂੰ ਕੀ ਕਰੇਗਾ? ਕਹਿੰਦਾ ਫਿਰ ਮੈਂ ਆਰਾਮ ਨਾਲ ਸੌਂਗਾ। ਫਿਰ ਮੈਂ ਕੀ ਕਰੂੰਗਾ? ਆਰਾਮ ਨਾਲ ਸੌਂਗਾ। ਉਹ ਕਿਸਾਨ ਕਹਿੰਦਾ ਗੁਣ ਹੈ ਤੇਰੇ? ਕਹਿੰਦਾ ਮਾਰੇ ਇੱਕ ਵਾਰ ਰੱਖ ਕੇ ਤਾਂ ਦੇਖੋ, ਜੇ ਨਾ ਪਸੰਦ ਆਇਆ ਤਾਂ ਜਿੰਨੇ ਮਹੀਨੇ ਮੈਂ ਤੁਹਾਡੇ ਕੋਲ ਕੰਮ ਕਰੂੰਗਾ ਨਾ ਉਹ ਸਾਰੇ ਮੁਫਤ ਵਿੱਚ, ਮੈਨੂੰ ਇੱਕ ਪੈਸਾ ਨਾ ਦਿਓ। ਤਾਂ ਜੇ ਕੰਮ ਅੱਛਾ ਲੱਗਾ ਤਾਂ ਜਿੰਨਾ ਤੁਹਾਡਾ ਦਿਲ ਕਰੇਗਾ ਦਿਓ ਮੈਨੂੰ। ਕਿਸਾਨ ਕਹਿੰਦਾ ਬਾਕੀ ਤਾਂ ਠੀਕ ਹੈ, ਪਰ ਆਹ ਜਿਹੜੀ ਤੂੰ ਗੱਲ ਮੈਨੂੰ ਆਖਰ ਵਿੱਚ ਕਹੀ ਹੈ ਨਾ ਕਿ ਜਦੋਂ ਤੂਫਾਨ ਆਏਗਾ, ਮੀਂਹ ਆਏਗਾ, ਹਨੇਰੀ ਆਏਗੀ ਤਾਂ ਮੈਂ ਆਰਾਮ ਨਾਲ ਸੌਂਗਾ, ਕਹਿੰਦੇ ਇਹ ਗੱਲ ਨਹੀਂ ਮੈਨੂੰ ਤੇਰੀ ਸਮਝ ਆਈ। ਕਿ ਜਦੋਂ ਤੂਫਾਨ ਆਉਂਦਾ ਹੈ, ਮੀਂਹ ਆਉਂਦੀ ਹੈ, ਹਨੇਰੀ ਆਉਂਦੀ, ਉਹੀ ਤਾਂ ਵਕਤ ਹੁੰਦਾ ਹੈ ਇੱਕ ਕਿਸਾਨ ਨੂੰ ਫਸਲ ਸੰਭਾਲਣ ਦਾ, ਆਪਣੀ ਫਸਲ ਦੀ ਦੇਖ ਰੇਖ ਕਰਨ ਦਾ। ਔਰ ਤੂੰ ਕਹਿੰਦਾ ਮੈਂ ਆਰਾਮ ਨਾਲ ਸੌਂਗਾ। ਇਹ ਆਰਾਮ ਨਾਲ ਸੌਣ ਦਾ ਸਮਾਂ ਥੋੜੀ ਹੁੰਦਾ ਹੈ, ਇਹ ਤਾਂ ਮਿਹਨਤ ਕਰਨ ਦਾ ਸਮਾਂ ਹੁੰਦਾ, ਨੱਠ ਭੱਜ ਕਰਨ ਦਾ ਸਮਾਂ ਹੁੰਦਾ ਕਿ ਆਪਣੀ ਫਸਲ ਬਚਾਈ ਜਾਵੇ। ਕਹਿੰਦਾ ਮਾਰੇ ਵਕਤ ਆਉਣ ਤੇ ਦੱਸੂਗਾ, ਹਾਲੇ ਤੁਸੀਂ ਰੱਖ ਲਓ ਬਸ। ਹੁਣ ਹੋਰ ਕੋਈ ਨੌਜਵਾਨ ਨਾ ਹੋਣ ਦੇ ਕਰਕੇ ਆਏ ਇੱਕ ਨੌਜਵਾਨ, ਤਾਂ ਕਿਸਾਨ ਨੇ ਸੋਚਿਆ ਹੋਰ ਆਪਸ਼ਨ ਵੀ ਮੇਰੇ ਕੋਲ ਹੈ ਨਹੀਂ, ਜਾਂ ਤਾਂ ਹੋਵੇ ਕਿ 10-15 ਬੰਦੇ ਹੈ ਤਾਂ ਮੈਂ ਉਹਦਾ ਚੁਣਾਵ ਕਰਾਂ। ਹੁਣ ਬੰਦਾ ਹੀ ਇੱਕ ਹੈ, ਚਲੋ ਰੱਖ ਲੈਂਦੇ ਆ। ਔਰ ਕਹਿ ਵੀ ਰਿਹਾ ਹੈ ਕਿ ਅਗਰ ਮੇਰਾ ਕੰਮ ਅੱਛਾ ਨਾ ਲੱਗਾ ਤਾਂ ਫਿਰ ਮੈਨੂੰ ਪੈਸਾ ਵੀ ਨਾ ਦਿਓ। ਠੀਕ ਹੈ, ਕਿਸਾਨ ਨੇ ਰੱਖ ਲਿਆ। ਉਹਨਾਂ ਬੜਾ ਦਿਨ ਮਿਹਨਤ ਕਰਨੀ, ਕਿਸਾਨ ਬੜਾ ਖੁਸ਼, ਨੌਜਵਾਨ ਅੱਛਾ ਹੈ। ਹੁਣ ਫਸਲ ਬੋਈ, ਵਕਤ ਆਇਆ, ਫਸਲ ਕੱਟੀ। ਕਿਸਾਨ ਘਰੇ ਹੀ ਰਹਿੰਦਾ ਸੀ ਕਿਉਂਕਿ ਬਜ਼ੁਰਗ ਸੀ, ਬਸ ਉਹ ਤੇ ਛੱਡਿਆ ਸੀ। ਕਦੀ ਕਦੀ ਦਿਲ ਕਰਦਾ ਚੱਕਰ ਮਾਰ ਆਉਂਦਾ ਸੀ। ਭਰੀਆਂ ਬੰਨੀਆਂ ਹੈ ਖੇਤਾਂ 'ਚ, ਠੀਕ ਹੈ, ਫਸਲ ਇਕੱਠੀ ਕਰ ਲਈ। ਤਾਂ ਤੁਹਾਨੂੰ ਪਤਾ ਹੀ ਹੈ ਕਣਕ ਵੱਢਦੇ ਆ, ਫਿਰ ਉਹਦੀਆਂ ਪੰਡਾਂ ਬੰਨ੍ਹ ਕੇ ਖੇਤਾਂ 'ਚ ਬੰਦਾ ਰੱਖ ਲੈਂਦਾ, ਫਿਰ ਟਾਈਮ ਤੇ ਘਰ ਲੈ ਕੇ ਆਉਂਦਾ, ਦਾਣਾ ਕੱਢਦਾ ਹੈ। ਹੁਣ ਉਹ ਟਾਈਮ ਆ ਗਿਆ ਕਿ ਫਸਲ ਵੱਢ ਕੇ ਖੇਤਾਂ 'ਚ ਪਈ ਹੋਈ ਹੈ। ਕਿਸਾਨ ਚੱਕਰ ਮਾਰ ਆਇਆ, ਸਵੇਰੇ ਸਵੇਰੇ ਵਾਪਸ ਆ ਗਿਆ ਘਰ। ਸ਼ਾਮ ਹੋਈ ਤਾਂ ਅਚਾਨਕ ਬੜੀ ਜ਼ੋਰਾਂ ਦੀ ਹਨੇਰੀ ਚੱਲ ਪਈ, ਬੜੀ ਜ਼ੋਰਾਂ ਦੀ ਹਨੇਰੀ ਚੱਲ ਪਈ। ਔਰ ਬਰਸਾਤ ਦਾ ਟਾਈਮ ਆ ਗਿਆ, ਯਾਨੀ ਬਰਸਾਤ ਵੀ ਹੋਣੀ ਸ਼ੁਰੂ ਹੋ ਗਈ। ਕਿਸਾਨ ਨੂੰ ਚਿੰਤਾ ਹੋਈ, ਕਹਿੰਦੇ ਉਹ ਤਾਂ ਕਹਿੰਦਾ ਸੀ ਜਦੋਂ ਤੂਫਾਨ ਆਏਗਾ, ਬਾਰਿਸ਼ ਆਏਗੀ, ਆਰਾਮ ਨਾਲ ਸੌਂਗਾ ਮੈਂ। ਕਿ ਸੱਚੀ ਨਾ ਸੁੱਤਾ ਹੋਵੇ ਖੇਤਾਂ ਵਿੱਚ? ਮੈਂ ਸਵੇਰੇ ਹੀ ਦੇਖਿਆ ਸੀ ਭਰੀਆਂ ਵੱਢ ਕੇ ਫਸਲ ਦੀਆਂ ਰੱਖੀਆਂ ਹੋਈਆਂ ਸੀ, ਤਾਂ ਕਿਤੇ ਉਹ ਸਾਰੀ ਫਸਲ ਗਿੱਲੀ ਹੋ ਗਈ ਤਾਂ ਦਾਣੇ ਕੱਢਣੇ ਔਖੇ ਹੋ ਜਾਣਗੇ। ਕਿਸਾਨ ਦੌੜਿਆ ਔਰ ਦੇਖਿਆ ਉਹਦੇ ਕਮਰੇ ਜਾ ਕੇ ਵਾਕਈ ਆਰਾਮ ਨਾਲ ਸੁੱਤਾ ਹੋਇਆ ਹੈ, ਆਰਾਮ ਨਾਲ ਸੁੱਤਾ ਹੋਇਆ। ਕਿਸਾਨ ਨੇ ਹਿਲਾਇਆ ਉਸਨੂੰ। ਉਹ ਕਹਿੰਦੇ ਬੇਟਾ ਕੀ ਗੱਲ, ਆਹੀ ਤਾਂ ਟਾਈਮ ਹੈ, ਖੇਤਾਂ ਨੂੰ ਦੌੜ, ਫਸਲ ਇਕੱਠੀ ਕਰ, ਜਿਹੜੀ ਫਸਲ ਖੇਤਾਂ 'ਚ ਵੱਢੀ ਹੋਈ ਹੈ ਉਹ ਸੰਭਾਲ ਤਾਂ ਕਿ ਖਰਾਬੀ ਨਾ ਹੋਵੇ, ਔਰ ਤੂੰ ਆਰਾਮ ਨਾਲ ਸੁੱਤਾ ਆ। ਕਹਿੰਦਾ ਮਾਰੇ ਪਹਿਲੀ ਤਾਂ ਕਿਹਾ ਸੀ ਜਦੋਂ ਤੂਫਾਨ ਆਏਗਾ, ਬਾਰਿਸ਼ ਆਏਗੀ, ਮੈਂ ਆਰਾਮ ਨਾਲ ਸੋਣਾ ਹੈ, ਬਾਕੀ ਤੁਸੀਂ ਵੀ ਜਾ ਕੇ ਸੋ ਜਾਓ,
ਤੁਸੀਂ ਵੀ ਜਾ ਕੇ ਸੋ ਜਾਓ। ਉਹ ਕਿਸਾਨ ਕਹਿੰਦਾ ਤੇਰਾ ਦਿਮਾਗ ਖਰਾਬ ਹੈ, ਬਾਕੀ ਦੇ ਕਿਸਾਨ ਦੌੜੇ ਹੋਏ ਆ ਖੇਤਾਂ ਨੂੰ, ਇਹ ਕੈਸੀ ਆ ਜਿਹੜੇ ਇੱਥੇ ਘਰ ਬੈਠੇ ਆ। ਤਾਂ ਉਸ ਵੇਲੇ ਉਹਨਾਂ ਫਿਰ ਕਿਹਾ, ਕਹਿੰਦਾ ਮਹਾਰਾਜ ਆਰਾਮ ਨਾਲ ਸੋ ਜਾਓ, ਕਿਉਂਕਿ ਬੱਦਲ ਆਂਦਿਆਂ ਦੇਖ ਕੇ ਮੈਂ ਸਾਰਾ ਕੰਮ ਪਹਿਲੀ ਨਿਬੇੜ ਚੁੱਕਾ ਸੀ। ਇਹਨੂੰ ਕਹਿੰਦੇ ਆਰਾਮ ਨਾਲ ਸੋਣਾ, ਕਿਉਂਕਿ ਲੋਕ ਉਦੋਂ ਤੱਕ ਬੇਫਿਕਰ ਹੋ ਕੇ ਬੈਠੇ ਰਹਿੰਦੇ ਕੀ ਹੋ ਗਿਆ, ਹਾਲੇ ਕਿਹੜਾ ਕੁਛ ਹੋ ਗਿਆ, ਹਾਲੇ ਕਿਹੜੀ ਮੀਂਹ ਆ ਗਿਆ, ਹਾਲੇ ਕਿਹੜੀ ਹਨੇਰੀ ਆ ਗਈ। ਤੇ ਜਦੋਂ ਅਚਾਨਕ ਆ ਜਾਂਦੀ ਹੈ ਫਿਰ ਇਨਸਾਨ ਦੌੜਦਾ। ਤੇ ਜਿਹੜਾ ਸਮਝਦਾਰ ਹੁੰਦਾ ਹੈ ਉਹਨੂੰ ਪਤਾ ਹੈ ਕਿ ਇਹ ਟਾਈਮ, ਇਹ ਵਕਤ ਦਾ ਕੋਈ ਪਤਾ ਨਹੀਂ ਹੈ, ਇਹ ਮੌਸਮ ਦਾ ਕੋਈ ਪਤਾ ਨਹੀਂ ਹੈ, ਕੁਦਰਤ ਦਾ ਕੋਈ ਪਤਾ ਨਹੀਂ ਹੈ, ਜਿੰਨਾ ਇੰਤਜ਼ਾਮ ਹੈ ਪਹਿਲੇ ਹੀ ਕਰ ਲਓ। ਇਹਨੂੰ ਕਹਿੰਦੇ ਸਮਝਦਾਰੀ। ਕਿਸਾਨ ਨੇ ਜਦੋਂ ਜਾ ਕੇ ਦੇਖਿਆ ਤਾਂ ਵਾਕਈ ਸਾਰੀ ਫਸਲ, ਸਾਰਾ ਜੋ ਵੀ ਖੇਤ ਵਿੱਚ ਜਿੰਨੀ ਵੀ ਕਣਕ ਸੀ ਉਹ ਸਾਰੀਆਂ ਭਰੀਆਂ ਅੰਦਰ ਰੱਖੀਆਂ ਹੋਈਆਂ ਹੈ, ਔਰ ਖੇਤ ਤਾਂ ਬਿਲਕੁਲ ਖਾਲੀ ਸੀ, ਕਿਉਂਕਿ ਉਹਨਾਂ ਨੌਜਵਾਨ ਨੇ ਸਮਝਦਾਰੀ ਨਾਲ ਪਹਿਲੇ ਹੀ ਸਭ ਕੁਝ ਰੱਖ ਲਿਆ ਔਰ ਆਰਾਮ ਨਾਲ ਸੁੱਤਾ ਪਿਆ ਹੈ। ਕਹਿੰਦਾ ਮਹਾਰਾਜ ਇਹ ਟਾਈਮ ਆਰਾਮ ਕਰਨ ਦਾ ਹੁੰਦਾ ਹੈ, ਜਦੋਂ ਸਾਰੀ ਦੁਨੀਆ ਚਿੰਤਾ ਕਰਕੇ ਦੌੜਦੀ ਹੈ ਨਾ, ਉਹ ਟਾਈਮ ਆਰਾਮ ਕਰਨ ਦਾ ਹੁੰਦਾ। ਇਹਦਾ ਮਤਲਬ ਕੀ ਹੈ ਕਿ ਜਿਹੜਾ ਸਮਝਦਾਰ ਹੁੰਦਾ ਹੈ ਉਹ ਵਕਤ ਨੂੰ ਦੇਖ ਕੇ ਪਹਿਲੇ ਹੀ ਤਿਆਰੀ ਕਰ ਲੈਂਦਾ ਹੈ। ਇਸੇ ਤਰ੍ਹਾਂ ਇਸ ਕਹਾਣੀ ਤੋਂ ਇੱਕ ਸਾਨੂੰ ਇਹ ਵੀ ਸਿੱਖਿਆ ਮਿਲਦੀ ਹੈ ਕਿ ਇੱਕ ਦਿਨ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੌਤ ਦੀ ਬਿਜਲੀ ਗਰਜਣੀ ਹੈ, ਇੱਕ ਦਿਨ ਸਾਰਿਆਂ ਨੂੰ ਪਤਾ ਹੈ ਕਿ ਮੌਤ ਦੀ ਬਰਸਾਤ ਆਣੀ ਹੈ, ਤਾਂ ਫਿਰ ਵੀ ਇਨਸਾਨ ਉਹਦੇ ਵਾਸਤੇ ਕੋਈ ਤਿਆਰੀ ਕਰਦਾ ਹੈ। ਕੋਈ ਤਿਆਰੀ ਜਰਾ ਸੋਚ ਕੇ ਦੇਖੀਏ। ਅੱਜ ਹਰ ਚੀਜ਼ ਦੀ ਬੰਦਾ ਤਿਆਰੀ ਕਰਦਾ ਹੈ, ਇਹ ਜੀਵਨ ਜੀਣ ਦੀ ਤਿਆਰੀ ਕਰਦਾ ਹੈ, ਪਰ ਜਿਹੜੀ ਸਭ ਤੋਂ ਬੜੀ ਸੱਚਾਈ ਹੈ ਨਾ, ਜਿਹਨੂੰ ਗੁਰੂਆਂ ਰਹਿਬਰਾਂ ਨੇ ਕਿਹਾ ਹੈ ਕਿ ਜਰਾ ਹੁਣ ਗੌਰ ਕਰਨਾ, ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ 2 ਪੈਸੇ ਦਿੱਤੇ ਸੀ ਕਿ ਇੱਕ ਪੈਸੇ ਦਾ ਸੱਚ ਲੈ ਕੇ ਆ, ਇੱਕ ਪੈਸੇ ਦਾ ਝੂਠ ਲੈ ਕੇ ਆ। ਪਤਾ ਨਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀ ਇਹ ਬੜੀ ਪਿਆਰੀ ਸਾਖੀ ਹੈ। ਤਾਂ ਉਹ 'ਚ ਕੀ ਚੀਜ਼ਾਂ ਭਾਈ ਮਰਦਾਨਾ ਜੀ ਲੈ ਕੇ ਆਏ ਸੀ, ਪਤਾ ਕਿਸੇ ਨੂੰ? ਜਰਾ ਸਮਝਣਾ, ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਗੱਲ ਕਹੀ ਸੀ ਨਾ ਕਿ ਜਾ ਮਰਦਾਨੇ ਇੱਕ ਪੈਸੇ ਦਾ ਸੱਚ ਲੈ ਕੇ ਆ, ਇੱਕ ਪੈਸੇ ਦਾ ਝੂਠ ਲੈ ਕੇ ਆ, ਤਾਂ ਉਸ ਵੇਲੇ ਭਾਈ ਮਰਦਾਨਾ ਜੀ ਨੂੰ ਵੀ ਬੜੀ ਹੈਰਾਨੀ ਹੋਈ ਸੀ ਕਿ ਕਦੀ ਸੱਚ ਔਰ ਝੂਠ ਵੀ ਦੁਕਾਨਾਂ ਤੋਂ ਵਿਕਦੇ ਆ, ਮਿਲਦੇ ਆ, ਇਹ ਸੱਚ ਔਰ ਝੂਠ ਵੀ ਕੋਈ ਵਿਕਦਾ ਹੈ। ਪਰ ਜਦੋਂ ਆਪਣੇ ਗੁਰੂਆਂ ਦੇ ਬਾਤ ਨੂੰ ਪੂਰਾ ਕਰਨ ਦੀ ਖਾਤਰ ਭਾਈ ਮਰਦਾਨਾ ਜੀ ਗਏ, ਤਾਂ ਜਿਹੜੀ ਦੁਕਾਨ ਤੇ ਵੀ ਜਾ ਕੇ ਪੁੱਛਦੇ ਸੀ ਲੋਕ ਮਜ਼ਾਕ ਉਡਾਉਂਦੇ ਸੀ ਕਿ ਕੋਈ ਪਾਗਲ ਲੱਗਦਾ ਜਿਹੜਾ ਇੱਕ ਪੈਸੇ ਦਾ ਸੱਚ, ਇੱਕ ਪੈਸੇ ਦਾ ਝੂਠ ਮੰਗਦਾ, ਕਿ ਆਲੂ ਗਾਜਰ ਜਾਂ ਕੋਈ ਦਾਲ ਸਬਜ਼ੀ ਥੋੜੀ ਜਿਹੜੀ ਦੁਕਾਨਾਂ ਤੋਂ ਇਦਾਂ ਮਿਲਦੀ ਹੈ। ਪਰ ਇਹ ਜਰਾ ਹੁਣ ਗੌਰ ਕਰਨਾ। ਫਿਰ ਕਹਿੰਦੇ ਮਿਲਿਆ ਇੱਕ ਉਹ ਰੱਬ ਦਾ ਪਿਆਰਾ ਜਿਸਨੇ 2 ਕਾਗਜ਼ ਦੇ ਟੁਕੜੇ ਲਏ, ਇੱਕ ਤੇ ਕੁਝ ਲਿਖਿਆ ਪੂੜੀ ਬਣਾ ਦਿੱਤੀ, ਦੂਜੇ ਤੇ ਕੁਝ ਲਿਖਿਆ ਪੂੜੀ ਬਣਾ ਕੇ ਭਾਈ ਮਰਦਾਨਾ ਜੀ ਦੇ ਹੱਥ 'ਤੇ ਦੇ ਦਿੱਤੀ ਕਿ ਲਓ ਜੀ ਆਹ ਸੱਚ ਹੈ ਤਾਂ ਆਹ ਝੂਠ ਹੈ। ਯਾਨੀ ਸੱਜੇ ਹੱਥ ਵਿੱਚ ਪੂੜੀ ਦੇ ਦਿੱਤੀ ਕਿ ਤੁਹਾਡੇ ਆਹ ਸੱਚ ਹੈ, ਝੂਠ ਹੈ, 2 ਪੈਸੇ ਦੇ ਦਿਓ। ਹੁਣ ਜਦੋਂ ਮਰਦਾਨਾ ਜੀ ਉਹ ਲੈ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਕੋਲ ਪਹੁੰਚੇ ਤਾਂ ਮਰਦਾਨਾ ਜੀ ਵੀ ਹੈਰਾਨ ਸੀ ਕਿ ਭਾਈ ਇਹ ਕਿੱਦਾਂ ਹੋ ਗਿਆ ਕਿ ਇੱਕ ਪੂੜੀ 'ਚ ਸੱਚ ਹੈ ਤੇ ਇੱਕ ਝੂਠ ਹੈ। ਹੁਣ ਜਿਸ ਵੇਲੇ ਗੁਰੂਆਂ ਦੇ ਕੋਲ ਪਹੁੰਚੇ ਤਾਂ ਉਸ ਵੇਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਮਰਦਾਨੇ ਜਰਾ ਖੋਲ ਕੇ ਦੇਖ। ਤਾਂ ਉਹ 'ਚੋਂ ਕੀ ਨਿਕਲਿਆ? ਜਦੋਂ ਖੋਲੀ ਨਾ ਸੱਚ ਵਾਲੀ ਪੂੜੀ ਤਾਂ ਉਹ 'ਚ ਲਿਖਿਆ ਸੀ ਮਰਨਾ ਸੱਚ ਹੈ। ਤਾਂ ਜਦੋਂ ਝੂਠ ਵਾਲੀ ਪੂੜੀ ਖੋਲੀ ਤਾਂ ਉਹ 'ਚ ਕੀ ਸੀ? ਜੀਣਾ। ਉਹ ਕਹਿੰਦੇ ਝੂਠ ਦਾ ਮਤਲਬ ਕੀ? ਹੁਣ ਜੀਣਾ ਝੂਠ ਦਾ ਮਤਲਬ ਇਹ ਨਹੀਂ ਕਿ ਜ਼ਿੰਦਗੀ ਕੋਈ ਝੂਠ ਹੈ, ਅਸੀਂ ਖਾ ਪੀ ਰਹੇ ਹਾਂ, ਹੈ ਤਾਂ ਇਹ ਵੀ ਸੱਚ, ਪਰ ਇਹਨੂੰ ਝੂਠ ਇਸ ਲਈ ਕਿਹਾ ਕਿ ਇਹਦਾ ਅੰਤ ਕਿਸੇ ਵੇਲੇ ਵੀ ਹੋ ਸਕਦਾ, ਕਿਸੇ ਵੇਲੇ ਵੀ ਸਾਨੂੰ ਮ੍ਰਿਤਿੂ ਰੂਪੀ ਸੱਚਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਔਰ ਜਿਹੜੀ ਚੀਜ਼ ਸੱਚ ਹੈ ਅੱਜ ਉਹ ਸੱਚ ਨੂੰ ਹੀ ਬੰਦਾ ਭੁੱਲ ਕੇ ਬੈਠਾ ਹੋਇਆ ਹੈ। ਇਸ ਲਈ ਸੰਤ ਨਾਰਾਇਣ ਹੋਏ ਹੈ, ਸੰਤ ਨਾਰਾਇਣ ਸਵਾਮੀ, ਉਹ ਵੀ ਆਪਣੇ ਪਿਆਰਿਆਂ ਨੂੰ ਇੱਕ ਗੱਲ ਸਮਝਾਉਂਦੇ ਹੁੰਦੇ ਸੀ। ਉਹ ਕੀ ਗੱਲ ਕਹਿੰਦੇ ਸੀ ਕਿ 2 ਚੀਜ਼ਾਂ ਉਹ ਕਹਿੰਦੇ ਜਿਹੜਾ ਆਪਣੇ ਜੀਵਨ 'ਚ ਯਾਦ ਰੱਖਦਾ ਹੈ ਨਾ ਉਹ ਜੀਵਨ 'ਚ ਕਦੀ ਧੋਖਾ ਨਹੀਂ ਖਾਂਦਾ ਔਰ ਉਹਦਾ ਕਲਿਆਣ ਜ਼ਰੂਰ ਹੁੰਦਾ ਹੈ। ਉਹ ਕਿਹੜੀਆਂ 2 ਚੀਜ਼ਾਂ ਕਹਿੰਦੇ ਸੀ ਕਿ 2 ਬਾਤੋं को भूल मत, 2 बातों को भूल मत, जो चाहे कल्याण नारायण, एक मौत है दूजे है भगवान। ਉਹ ਕਹਿੰਦੇ 2 ਚੀਜ਼ਾਂ ਆਪਣੇ ਜੀਵਨ 'ਚ ਹਮੇਸ਼ਾ ਸਾਨੂੰ ਯਾਦ ਰੱਖਣੀਆਂ ਚਾਹੀਦੀਆਂ ਹੈ। ਜਰਾ ਹੁਣ ਸਮਝਣਾ ਉਹ ਕਿਹੜੀਆਂ 2 ਚੀਜ਼ਾਂ ਉਹਨਾਂ ਨੇ ਕਹੀਆਂ। ਕਹਿੰਦੇ ਨਾਰਾਇਣ ਇੱਕ ਮੌਤ ਹੈ ਔਰ ਦੂਜੇ ਹੈ ਭਗਵਾਨ। ਕਿ ਇੱਕ ਤਾਂ ਪਹਿਲੀ ਉਹਨਾਂ ਨੇ ਮੌਤ ਨੂੰ ਕਿਹਾ ਕਿ ਮੌਤ ਨੂੰ ਹਮੇਸ਼ਾ ਯਾਦ ਰੱਖੋ, ਔਰ ਦੂਜਾ ਕਿਹਾ ਕਿ ਉਹ ਪ੍ਰਮਾਤਮਾ, ਉਹ ਪ੍ਰਭੂ ਨੂੰ, ਉਹ ਭਗਵਾਨ ਨੂੰ ਹਮੇਸ਼ਾ ਯਾਦ ਰੱਖੋ। ਇਹ 2 ਚੀਜ਼ਾਂ ਨੂੰ ਅਗਰ ਅਸੀਂ ਯਾਦ ਕਰਨਾ ਸ਼ੁਰੂ ਕਰ ਦਈਏ ਤਾਂ ਜ਼ਰਾ ਆਪ ਸੋਚ ਕੇ ਦੇਖੋ, ਜਿਹਨੂੰ ਮਰਨਾ ਔਰ ਭਗਵਾਨ ਯਾਦ ਹੋਵੇ ਉਹਦੀ ਜ਼ਿੰਦਗੀ ਦੇ ਵਿੱਚ ਫਿਰ ਕਿੰਨੇ ਸੁਧਾਰ ਹੋ ਸਕਦੇ ਹੈ। ਜਿਹੜਾ ਇੱਕ ਬੜੀ ਪਿਆਰੀ ਸਾਖੀ ਹੈ ਬਾਬਾ ਫਰੀਦ ਦੇ ਜੀਵਨ ਦੀ ਕਿ ਕਿਸੇ ਨੇ ਬਾਬਾ ਫਰੀਦ ਨੂੰ ਇੱਕ ਦਿਨ ਪੁੱਛਿਆ ਕਿ ਮਹਾਰਾਜ ਤੁਸੀਂ ਇਹ ਦੁਨੀਆ ਤੇ ਰਹਿੰਦੇ ਹੋਏ ਇੰਨੇ ਸ਼ਾਂਤ, ਇੰਨੇ ਖੁਸ਼,
ਸਭ ਨਾਲ ਪਿਆਰ ਕਰਦੇ ਹੋ, ਕਿਸੇ ਵੀ ਗੱਲ ਦਾ ਬੁਰਾ ਨਹੀਂ ਮਨਾਉਂਦੇ, ਕਿਸੇ ਵੀ ਗੱਲ ਦੀ ਤੁਹਾਨੂੰ ਕਦੀ ਤਕਲੀਫ ਨਹੀਂ ਹੁੰਦੀ, ਜਾਨੀ ਹਮੇਸ਼ਾ ਖੁਸ਼ ਰਹਿੰਦੇ ਹੋ। ਇਹ ਰਾਜ ਕੀ ਹੈ? ਕਿਉਂਕਿ ਉਸਨੇ ਦੇਖਿਆ ਸੀ ਕਿ ਇੱਕ ਦਿਨ ਬਾਬਾ ਫਰੀਦ ਨੇ ਨਾ ਕਾਲੇ ਕੱਪੜੇ ਪਾਏ, ਜਿੱਦਾਂ ਉਹਨਾਂ ਦੀ ਬਾਣੀ ਵੀ ਹੈ ਕਿ ਕਾਲੇ ਮਹਿੰਡੇ ਕੱਪੜੇ ਕਾਲਾ ਮਹਿੰਡਾ ਭੇਸ਼, ਗੁਨਾਹੀ ਭਰਿਆ ਮੈਂ ਫਿਰਾਂ ਤੇ ਲੋਕ ਕਹਿਣ ਦਰਵੇਸ਼। ਸੋ ਬਾਬਾ ਫਰੀਦ ਇੱਕ ਦਿਨ ਕਾਲਾ ਚੋਲਾ ਪਾ ਕੇ ਜਾ ਰਹੇ ਸੀ ਤਾਂ ਇੱਕ ਨਵਾਬ ਦੇ ਘਰ ਦੇ ਮੋਹਰ ਦੀ ਗੁਜ਼ਰੇ। ਇਹ ਸਮਝਣਾ ਜ਼ਰਾ ਸਾਰਿਆਂ ਨੇ, ਨਵਾਬ ਦੇ ਘਰ ਦੇ ਮੋਹਰ ਦੀ ਗੁਜ਼ਰੇ ਤਾਂ ਨਵਾਬ ਨੇ ਜਦੋਂ ਦੇਖਿਆ ਤਾਂ ਪੁੱਛਿਆ, ਐ ਫਕੀਰ, ਇਹ ਤੂੰ ਕਾਲੇ ਕੱਪੜੇ ਕਿਉਂ ਪਾਏ ਹੋਏ ਹੈ? ਕਿਉਂਕਿ ਉੱਥੇ ਰਿਵਾਜ ਸੀ, ਕੁਝ ਦੇਸ਼ਾਂ 'ਚ ਰਿਵਾਜ ਹੁੰਦਾ ਕਿ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਤਾਂ ਉੱਥੇ ਕਾਲੇ ਕੱਪੜੇ ਪਾਏ ਜਾਂਦੇ ਹੈ। ਜਿੱਦਾਂ ਆਪਣੇ ਇੰਡੀਆ 'ਚ ਤੁਸੀਂ ਦੇਖਦੇ ਹੋ ਕਿ ਕਿਸੇ ਦੀ ਡੈਥ ਹੋ ਜਾਂਦੀ ਤਾਂ ਸਾਰੇ ਸਫੇਦ ਕੱਪੜੇ ਪਾਉਂਦੇ ਹੈ, ਪਰ ਹੁਣ ਯੂਰਪ ਵੱਲ ਚਲੇ ਜਾਈਏ ਤਾਂ ਉੱਥੇ ਜਦੋਂ ਸ਼ਾਦੀ ਹੁੰਦੀ ਹੈ ਲੜਕੀ ਦੀ, ਉਹ ਸਫੇਦ ਡਰੈਸ ਪਾਉਂਦੀ ਹੈ। ਜਰਾ ਸਮਝਣਾ ਸਾਰਿਆਂ ਨੇ, ਉਹ ਮੈਰਿਜ ਵਿੱਚ ਸਫੇਦ ਡਰੈਸ ਪਾਉਂਦੀ ਹੈ। ਹੁਣ ਹਰੇਕ ਦੇਸ਼ ਦੀ ਆਪਣੇ ਆਪਣੇ ਕੁਝ ਰੂਲ ਹੈ, ਆਪਣੇ ਆਪਣੇ ਕੁਝ ਨਿਯਮ ਹੈ। ਹੁਣ ਕਹਿੰਦੇ ਬਾਬਾ ਫਰੀਦ ਨੇ ਕਾਲੇ ਕੱਪੜੇ ਪਾਏ ਹੋਏ ਸੀ ਤਾਂ ਉੱਧਰਲਾ ਇਹ ਨਿਯਮ ਸੀ ਕਿ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਸੀ ਤਾਂ ਫਿਰ ਕਾਲੇ ਕੱਪੜੇ ਪਾਏ ਜਾਂਦੇ ਸੀ। ਤਾਂ ਹੁਣ ਜਦੋਂ ਬਾਬਾ ਫਰੀਦ ਕਾਲੇ ਕੱਪੜੇ ਪਾ ਕੇ ਜਾ ਰਿਹਾ ਤਾਂ ਨਵਾਬ ਨੇ ਜੋ ਬਾਹਰ ਬੈਠਾ ਹੋਇਆ ਸੀ ਪੁੱਛ ਲਿਆ ਬਾਬਾ ਫਰੀਦ ਨੂੰ, ਐ ਫਕੀਰ, ਇਹ ਕਾਲੇ ਕੱਪੜੇ ਕਿਉਂ ਪਾਏ ਹੈ? ਕਿ ਕਿਸੇ ਦੀ ਮੌਤ ਹੋ ਗਈ ਹੈ? ਨਵਾਬ ਨੇ ਤੇ ਹੱਸ ਕੇ ਪੁੱਛਿਆ, ਮਜ਼ਾਕ ਉਡਾਉਣ ਦੀ ਖਾਤਰ, ਕਿਉਂਕਿ ਕਈ ਲੋਕ ਹੁੰਦੇ ਜੋ ਫਕੀਰਾਂ ਦਾ ਮਜ਼ਾਕ ਉਡਾਉਂਦੇ ਹੈ, ਔਰ ਕਈ ਹੁੰਦੇ ਹੈ ਜਿਹੜੇ ਫਕੀਰਾਂ ਦਾ ਇੱਜ਼ਤ ਕਰਦੇ, ਅਦਾਬ ਕਰਦੇ, ਉਹਨਾਂ ਨਾਲ ਪਿਆਰ ਕਰਦੇ ਹੈ। ਹੁਣ ਜਦੋਂ ਨਵਾਬ ਨੇ ਇਦਾਂ ਪੁੱਛਿਆ ਬਾਬਾ ਫਰੀਦ ਨੂੰ ਕਿ ਇਹ ਫਕੀਰ, ਕਿਸੇ ਦੀ ਮੌਤ ਹੋ ਗਈ ਹੈ ਜੋ ਕਾਲੇ ਕੱਪੜੇ ਪਾਏ ਹੋਏ ਹੈ? ਤਾਂ ਉਸ ਵੇਲੇ ਬਾਬਾ ਫਰੀਦ ਰੁਕੇ, ਕਹਿੰਦੇ, ਹਾਂ ਨਵਾਬ, ਮੌਤ ਹੋ ਗਈ ਹੈ, ਤਾਂ ਹੀ ਤਾਂ ਮੈਂ ਕਾਲੇ ਕੱਪੜੇ ਪਾਏ ਹੈ। ਤਾਂ ਉਸ ਵੇਲੇ ਨਵਾਬ ਨੇ ਪੁੱਛਿਆ, ਕਿਹਦੀ ਮੌਤ ਹੋ ਗਈ ਹੈ ਜਿਹੜਾ ਤੂੰ ਕਾਲੇ ਕੱਪੜੇ ਪਾਏ ਹੈ? ਤਾਂ ਬਾਬਾ ਫਰੀਦ ਨੇ ਕਿਹਾ, ਮੌਤ ਹੋ ਗਈ ਹੈ ਮੇਰੇ ਹੰਕਾਰ ਦੀ, ਮੌਤ ਹੋ ਗਈ ਹੈ ਮੇਰੇ ਅਹੰਕਾਰ ਦੀ, ਮੌਤ ਹੋ ਗਈ ਹੈ ਮੇਰੇ ਕ੍ਰੋਧ ਦੀ। ਜਿੱਦਾਂ ਸਮਝ ਲਓ ਕਹਿੰਦੇ ਨੇ ਕਿ 5 ਇਨਸਾਨ ਦੇ ਸ਼ਤਰੂ ਹੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਸੋ ਬਾਬਾ ਫਰੀਦ ਕਹਿੰਦੇ 5 ਦੀ ਮੌਤ ਹੋ ਗਈ ਹੈ, ਇਸ ਲਈ ਮੈਂ ਕਾਲੇ ਕੱਪੜੇ ਪਾ ਕੇ ਘੁੰਮਦਾ ਕਿ ਮੇਰੇ ਅੰਦਰ ਇਹ ਚੀਜ਼ਾਂ ਮਰ ਗਈਆਂ। ਜਦੋਂ ਇੰਨੀ ਗੱਲ ਕਹੀ ਤਾਂ ਉਸ ਵੇਲੇ ਨਵਾਬ ਨੇ ਮਨ 'ਚ ਸੋਚਿਆ ਕਿ ਦੇਖੀਏ ਤਾਂ ਸਹੀ, ਇਹ ਫਕੀਰ ਕਹਿੰਦਾ ਹੀ ਹੈ ਜਾਂ ਵਾਕਈ ਇਹਦੇ ਅੰਦਰ 5 ਮਰਿਆ ਵੀ ਹੈ। ਕਿਉਂਕਿ ਕਈ ਵਾਰ ਬੰਦਾ ਕਹਿ ਤਾਂ ਦਿੰਦਾ ਕਿ ਮੈਨੂੰ ਕ੍ਰੋਧ ਨਹੀਂ ਆਉਂਦਾ। ਹੁਣ ਸੱਚ ਦੱਸਿਓ, ਜੇ ਤੁਹਾਨੂੰ ਪੁੱਛ ਲਈ ਗੁੱਸਾ ਆਉਂਦਾ ਹੈ? ਨਹੀਂ, ਮੈਂ ਤਾਂ ਕਦੀ ਗੁੱਸਾ ਕਰਦਾ ਹੀ ਨਹੀਂ ਹੈ। ਕਿਉਂਕਿ ਹਰੇਕ ਦੇ ਅੰਦਰ ਇਹ ਹੁੰਦਾ ਹੈ ਕਿ ਪਤਾ ਹੈ ਬੰਦੇ ਨੂੰ ਕਿ ਇਹ ਬੁਰਾਈ ਹੈ, ਅਗਰ ਇਹਨੂੰ ਕਬੂਲ ਕਰਦਾ ਤਾਂ ਫਿਰ ਮੇਰਾ ਘਟਾ ਹੈ, ਇਸ ਲਈ ਕਹਿ ਦਿਓ ਕਿ ਮੈਂ ਨਹੀਂ ਕਦੀ ਗੁੱਸਾ ਕਰਦਾ। ਉਹ ਤਾਂ ਉਹ ਕਰਦਾ ਤਾਂ ਮੈਨੂੰ ਆ ਜਾਂਦਾ ਹੈ। ਜ਼ਰਾ ਸਮਝਣਾ ਸਾਰਿਆਂ ਨੇ, ਤਾਂ ਹੋ ਜਾਂਦੀ ਕਿ ਨਹੀਂ ਕਿ ਬਈ ਮੈਂ ਤਾਂ ਗੁੱਸਾ ਕਰਦਾ ਨਹੀਂ, ਇਹ ਤਾਂ ਗਲਤੀ ਉਹਦੀ ਸੀ ਤਾਂ ਆ ਗਿਆ। ਹੁਣ ਜੇ ਚੀਜ਼ ਅੰਦਰ ਹੋਵੇ ਤਾਂ ਬਾਹਰ ਵੀ ਤਾਂ ਫੇਰ ਹੀ ਆਣੀ ਹੈ ਨਾ, ਤੇ ਜੇ ਅੰਦਰ ਹੀ ਨਾ ਹੋਵੇ ਤਾਂ ਬਾਹਰ ਕੋਈ ਜਿੰਨਾ ਮਰਜ਼ੀ ਛੇੜਖਾਨੀ ਕਰੀ ਜਾਵੇ। ਜਿੱਦਾਂ ਕਹਿ ਲਓ ਜੇ ਚੁੱਲ੍ਹੇ 'ਚ ਅੱਗ ਹੋਵੇ ਹੀ ਨਾ ਤਾਂ ਤੁਸੀਂ ਜਿੰਨੀ ਮਰਜ਼ੀ ਫਰੋਲੀ ਜਾਓ, ਮਿਲਣੀ ਕਿੱਥੋਂ ਹੈ? ਤਾਂ ਜੇ ਬੰਦਾ ਕਵੇ ਕਿ ਮੈਂ ਮਾੜੀ ਜਿਹੀ ਡੰਡੀ ਫੇਰੀ ਸੀ ਤਾਂ ਅੰਦਰੋਂ ਅੱਗ ਨਿਕਲ ਆਈ, ਤੇ ਇਹਦਾ ਮਤਲਬ ਚੁੱਲ੍ਹੇ 'ਚ ਅੱਗ ਦਬੀ ਹੋਈ ਸੀ, ਨਜ਼ਰ ਨਹੀਂ ਆਉਂਦੀ ਸੀ, ਪਰ ਸੀਗੀ ਤਾਂ ਹੀ ਬਾਹਰ ਆਈ ਹੈ। ਇਸੇ ਤਰ੍ਹਾਂ ਇਨਸਾਨ ਦੇ ਅੰਦਰ ਵੀ ਕਈ ਕਮੀਆਂ ਹੁੰਦੀਆਂ, ਪਰ ਇਨਸਾਨ ਉਹਨਾਂ ਨੂੰ ਐਕਸੈਪਟ ਨਹੀਂ ਕਰਦਾ, ਕਬੂਲ ਨਹੀਂ ਕਰਦਾ। ਇਸੇ ਲਈ ਜਦ ਤੱਕ ਕਬੂਲ ਨਹੀਂ ਕਰਾਂਗੇ ਅਸੀਂ ਉਹਨਾਂ ਦਾ ਸੁਧਾਰ ਵੀ ਨਹੀਂ ਕਰ ਸਕਦੇ। ਕਿਉਂਕਿ ਕਿਸੇ ਵੀ ਕਮੀ ਦਾ ਸੁਧਾਰ ਕਰਨ ਵਾਸਤੇ ਸਭ ਤੋਂ ਪਹਿਲਾਂ ਉਹਨੂੰ ਮੰਨਣਾ ਵੀ ਜ਼ਰੂਰੀ ਹੈ ਕਿ ਹਾਂ ਮੇਰੇ ਅੰਦਰ ਇੱਕ ਕਮੀ ਹੈ। ਕਿਉਂਕਿ ਜਦੋਂ ਬੰਦੇ ਨੂੰ ਅਹਿਸਾਸ ਹੁੰਦਾ ਕਿ ਮੇਰੇ ਅੰਦਰ ਇੱਕ ਕਮੀ ਹੈ ਤਾਂ ਫਿਰ ਹੀ ਬੰਦਾ ਉਹਦੀ ਸੁਧਾਰ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ। ਇੱਧਰ ਬਾਬਾ ਫਰੀਦ ਨੂੰ ਜਦੋਂ ਨਵਾਬ ਨੇ ਪੁੱਛਿਆ ਤਾਂ ਜਦੋਂ ਜਵਾਬ ਸੁਣਿਆ ਨਵਾਬ ਨੇ, ਤੇ ਉਹਨੇ ਕਿਹਾ ਜਰਾ ਅਜ਼ਮਾ ਕੇ ਤਾਂ ਦੇਖਾਂ ਕਿ ਵਾਕਈ ਇਹ 5 ਮਰੇ ਵੀ ਹੈ ਜਾਂ ਫਿਰ ਇਹ ਫਕੀਰ ਉੱਪਰ ਦੀਆਂ ਗੱਲਾਂ ਕਰਦਾ ਹੈ। ਉਸ ਵੇਲੇ ਉਹਨਾਂ ਨੇ, ਨਵਾਬ ਨੇ ਫਿਰ ਬਾਬਾ ਫਰੀਦ ਨੂੰ ਆਵਾਜ਼ ਮਾਰੀ ਕਿ ਐ ਫਕੀਰ, ਜੇ ਤੇਰੇ 5 ਹੀ ਮਰ ਗਏ ਹੈ, ਜੇ 5 ਹੀ ਮਰ ਗਏ ਹੈ ਤਾਂ ਫਿਰ ਮੈਂ ਤੈਨੂੰ ਆਪਣੇ ਘਰ ਖਾਣ ਦਾ ਨਿਯੋਤਾ ਦਿੰਦਾ ਕਿ ਆ ਕੇ ਮੇਰੇ ਘਰ ਵਿੱਚ ਭੋਜਨ ਕਰ। ਔਰ ਇਹ ਨਾਲ ਉਹਨਾਂ ਨਵਾਬ ਨੇ ਵੀ ਕਹਿ ਦਿੱਤਾ ਕਿ ਤੂੰ ਮਨਾ ਨਹੀਂ ਕਰ ਸਕਦਾ, ਕਿਉਂਕਿ ਪਾਕ ਨਬੀ ਨੇ ਵੀ ਕਿਹਾ ਹੈ ਕਿ ਜਦੋਂ ਤੁਹਾਨੂੰ ਕੋਈ ਖਾਣੇ ਤੇ ਬੁਲਾਵੇ ਤਾਂ ਇਨਕਾਰ ਨਾ ਕਰੋ, ਉਹਦੀ ਦਾਵਤ ਕਬੂਲ ਕਰੋ। ਬਾਬਾ ਫਰੀਦ ਕਹਿੰਦੇ ਠੀਕ ਹੈ, ਫਿਰ ਜੇ ਹੁਣ ਨਬੀ ਦਾ ਵਸੀਲਾ ਦੇ ਹੀ ਦਿੱਤਾ ਹੈ ਤਾਂ ਮੈਂ ਜ਼ਰੂਰ ਆਊਂਗਾ। ਹੁਣ ਸੇਠ ਨੇ, ਨਵਾਬ ਨੇ ਬਾਬਾ ਫਰੀਦ ਨੂੰ ਅੰਦਰ ਲੈ ਕੇ ਚਲੇ ਗਏ ਔਰ ਅੰਦਰ ਲਿਜਾ ਕੇ ਖਾਣੇ ਦੀ ਇੱਕ ਥਾਲੀ ਮੰਗਾਈ ਜਿਹ 'ਚ ਖਾਣਾ ਪਾਇਆ ਹੋਇਆ ਹੈ, ਬਾਬਾ ਫਰੀਦ ਅੱਗੇ ਰੱਖੀ। ਜਿੱਦਾਂ ਹੀ ਬਾਬਾ ਫਰੀਦ ਨੇ ਬੁਰਕੀ ਤੋੜ ਕੇ ਮੂੰਹ 'ਚ ਪਾਉਣ ਲੱਗੇ, ਜਿੱਦਾਂ ਹੀ ਬੁਰਕੀ ਤੋੜ ਕੇ ਮੂੰਹ 'ਚ ਪਾਉਣ ਲੱਗੇ ਤਾਂ ਨਵਾਬ ਨੇ ਕਿਹਾ, ਐ ਫਕੀਰ ਰੋਟੀ ਰੱਖ ਔਰ ਉੱਠ ਕੇ ਚਲਾ ਜਾ, ਤੂੰ ਇਹ ਰੋਟੀ ਖਾਣ ਦੇ ਲਾਇਕ ਨਹੀਂ ਹੈ, ਉੱਠ ਚਲਾ ਜਾ। ਬਾਬਾ ਫਰੀਦ ਨੇ ਉੱਤੇ ਬੁਰਕੀ ਰੱਖੀ, ਥਾਲੀ ਪਰੇ ਕੀਤੀ ਔਰ ਮੁਸਕਰਾਉਂਦੇ ਹੋਏ ਆਪਣੇ ਰੱਬ ਦਾ ਗੁਣਗਾਨ ਕਰਦਿਆਂ ਉੱਠ ਕੇ ਤੁਰ ਪਏ। ਜਦੋਂ ਤੁਰੇ ਤਾਂ ਫਿਰ ਨਵਾਬ ਨੇ ਆਵਾਜ਼ ਮਾਰੀ
कि ऐ फकीर आजा, मेरे तो गलती हो गई, आके खा ले। बाबा फरीद फिर आके बह गए, फिर बुरकी चक के खान लगे। उन्हें फिर रोक दिता कि उठ चला जा। कहते 7 बार उन्हें बाबा फरीद के हथों बुरकी रखाई और भजाई, पर बाबा फरीद उदा ही मुस्कुराते हुए आते सी तो उदा ही मुस्कुराते हुए होया। तो नवाब ने जाके चरण पकड़ ले। कहते फकीर तो बहुत देखे, पर वाकई सच्चा फकीर अज मिलिया मैनू कि महाराज तुहाडे चेहरे ते वाकई कोई शिकन तक नहीं आई, कोई क्रोध तक नहीं आया, गुस्सा तक नहीं आया। वाकई तुसी हंकार नूं भी मार दिता है, क्रोध नूं भी मार दिता है। तुहाडे अंदर लोभ लालच जो भी है ना, वाकई सब कुछ खत्म हो चुका है। महाराज मैनू माफ करो, ये मैं तुहाडी अजमाइश लई सी 7 वार कि देखना कि तुसी सिर्फ जुबानों बोले ही हो कि मैं काम क्रोध लोभ मोह हंकार नूं खत्म कर दिता, या वाकई सच्चाई है भी। इसलिए महाराज मैं देख लिया, जिदा कहते ना सोने की परख होंगी तो पता लग जाता है कि खरा है या खोटा। सो मैं देख लिया कि तुम सच्चे हो, मैनू माफ करो, वाकई तुम कामिल फकीर हो। तो उस वेले बाबा फरीद कहन लगे, बाबा फरीद कहन लगे जे 7 बार बुलाया या मैनू दुत्कारिया तो इस कोई वडियाई नहीं है। ਉਹ ਭਾਈ ਮੇਰੇ ਨਾਲ ਤਾਂ ਕੁੱਤੇ ਚੰਗੇ ਜਿਹਨੂੰ 100 ਵਾਰ ਵੀ ਠੋਕਰਾਂ ਮਾਰੋ ਉਹ ਫਿਰ ਆਪਣੇ ਮਾलिक ਦਾ ਦਰ ਨਹੀਂ ਛੱਡਦੇ। ਫਿਰ ਵੀ ਇੱਥੇ ਆਪਣੀ ਉਹ ਸਿਫਤ ਕਰ ਰਹੇ ਹੈ ਕਿਹਦੀ, ਆਪਣੇ ਮਾलिक ਦੀ, ਔਰ ਆਪਣੇ ਤੋਂ ਵਡਿਆਈ ਦੇ ਰਹੀ ਹੈ ਕੁੱਕਰ ਨੂੰ। ਇਹ ਤਾਂ ਬੰਦਾ ਕਹਿੰਦਾ ਹਾਂ ਦੇਖਿਆ ਫਿਰ ਇਹ ਮੇਰੀ ਵਡਿਆਈ ਸੀ, ਮੈਂ ਇਦਾਂ ਕੀਤਾ, ਇਹ ਮੇਰੇ ਅੰਦਰ ਹੀ ਗੁਣ ਹੈ, ਹੋਰ ਤਾਂ ਕੋਈ ਇਦਾਂ ਕਰ ਹੀ ਨਹੀਂ ਸਕਦਾ। ਇੱਥੇ ਵੀ ਇੱਕ ਹੰਕਾਰ ਆ ਜਾਂਦਾ ਹੈ। ਸੋ ਦੱਸਣਾ ਕੀ ਚਾਹੁੰਦੇ ਆ कि इंसान की जिहड़ी जिंदगी है, इंसान का जिहड़ा जीवन है, जे उस मालिक ने, उस परमात्मा ने सानू ये जीवन दिता है। जिस तरह से एक गल कही थी कि जीवन लंबा होवे ना होवे ये जरूरी नहीं है, जीवन अच्छा होना चाहिए है। समझते हो कि नहीं? जिदा संत दादू दयाल ने अपनी बाणी च कहा है कि जीवन थोड़ा ही भला जो सत सिमरन होए, लाख वर्ष का जीवना लेखे धरे ना कोई। वो कहते जे जिंदगी थोड़ी भी है ना तो थोड़ा जीवन भी चंगा है अगर ये अंदर अच्छाई होवे, अगर ये अंदर नेक कर्म करन दी भावना होवे, किसी का भला करन दी भावना होवे, किसी की हेल्प करन दी भावना होवे, किसी के जीवन को आसान बनाने की अगर साडे अंदर भावना है ना, तो फिर बेशक साडी जिंदगी थोड़ी है पर वो चंगी है। तो जे साडी जिंदगी 100 साल भी है पर वो 100 साल च असीं किसी को खुशी ना दे पाए, किसी का भला ना कर पाए, किसी के चेहरे पर मुस्कुराहट ना लिया पाए, किसी की मदद ना कर पाए, किसी के जीवन च आसानी ना पैदा कर पाए, तो लखा साल की आयु भी, वो 100 साल की जिंदगी भी बेकार है। इस लाख बरस का जीवना लेखे धरे ना कोई। सो अगर असी गुरुआ रहबरां की जिंदगी नूं देखिए तो उन्होंने जीवन बेशक छोटा सी पर उन्होंने जीवन च कुछ ऐसा किया कि दूजिया के चेहरे ते मुस्कुराहट लिया, दूजिया के जीवन च आनंद लिया। इसलिए इस एक गल कही दी है कि आम लिखण चाहता है कि जियो और जीने दो, पर अज सिर्फ इन्नी गल नहीं कहनी कि जियो और जीने दो। अज ये नारा होना चाहिए कि जियो और दूसरों की जीने में मदद करो, दूसरों की जीने में मतलब आप तो जियो। तो जे साडे अंदर थोड़ी जी भी उस मालिक ने शक्ति दी हुई है तो दूजिया की जीण विच मदद सानू जरूर करनी चाहिए, क्योंकि जो एक दूजे की हेल्प करन दी, मदद करन दी भावना साडे अंदर होएगी तो फिर ही सही मायने साडा जीवन सफल कहलाएगा। इसलिए अज इंसान ये तो देखता कि मेरी जिंदगी लंबी होवे पर यह नहीं देखता कि मेरी जिंदगी अच्छी होवे। क्योंकि अगर असी स्वामी विवेकानंद जी की जिंदगी नूं देखिए तो कहा जाता है कि 39 साल की जिंदगी सी उन्होंने, 39 साल कुछ महीने यानी 40 साल तक ही उन्होंने जिंदगी सी, पर वो 40 साल की जिंदगी भी ऐसी कहांगे बेहतर सी क्योंकि कुछ ऐसा करके जिन्ना दूजिया नूं खुशी मिली, दूजिया के जीवन च आनंद आया। इसलिए अगर मकसद देखा जाए ना, जो बंदा पूछे कि मेरे दुनिया ते आने का मकसद की है, तो हुण जरा तुसीं सोचो कि एक फुल परमात्मा खिलांदा है तो फुल दे खिलण का मकसद की है? फुल दूजिया नूं महक दिंदा है, दूजिया नूं अपनी रंगत के नाल खुशी दिंदा है कि बंदे का दिल खुश हो जाता है कि लै भी गुलाब कितना सुंदर है, देख के खुशी आ जाती है। सो वो छोटे जे पौधे तो इसी भी ये मिसाल लै सकते कि जे उस परमात्मा ने सानू जिंदगी दी तो कम से कम इदां दे बनी है कि जो सानू देखे वो कहे वाह भी इहनूं मिल के दिल खुश हो गया। असीं अपनी बोलबाणी ऐसी कर सकते हैं, अपना सुभाव ऐसा कर सकते हैं, अपनी करनी ऐसे कर सकते हैं कि जो इंसान सानू मिले जो साडे कोलों जावे ना तो उहदे अंदर एक खुशी होवे, एक पॉजिटिविटी का उन्होंने एहसास होवे। यानी इदां दी अपनी जिंदगी बनाइए कि दूजिया नूं असीं हिम्मत देने की कोशिश करिए, दूजिया नूं हौसला देने की कोशिश करिए, दूजिया नूं खुशी देने की कोशिश करिए। और इहदा मतलब यही नहीं हुंदा कि बंदा सोचे कि लै भी मेरे को धन घट है मैं किद्दां मदद करां, या मेरे को आ चीज़ घट है मैं किद्दां दूजे की हैल्प करां। तो सिर्फ पैसे नाल ही मदद नहीं हुंदी या पदार्थां नाल ही नहीं हुंदी। जदों तुसीं किसी ने अच्छे बोल दिंदे हो, समझदे हो कि नहीं,
ਕਿਸੇ ਨੂੰ ਹਿੰਮਤ ਦੇਣ ਵਾਲੀ ਇੱਕ ਗੱਲ ਵੀ ਤੁਸੀਂ ਕਹਿ ਦਿੰਦੇ ਹੋ, ਤਾਂ ਕਈ ਵਾਰ ਇੱਕ ਛੋਟੀ ਜਿਹੀ ਤੁਹਾਡੀ ਜ਼ੁਬਾਨ ਤੋਂ ਨਿਕਲੀ ਹੋਈ ਨਾ ਛੋਟੀ ਜਿਹੀ ਗੱਲ ਹੀ ਹੌਸਲੇ ਵਾਲੀ ਅਗਲੀ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੰਦੀ ਹੈ। ਜਰਾ ਸਮਝ ਲੈਣਾ ਸਾਰਿਆਂ ਨੇ, ਇਦਾਂ ਦੀਆਂ ਕਈ ਮਿਸਾਲਾਂ ਇਸ ਸੰਸਾਰ ਦੇ ਉੱਪਰ ਹੈ, ਸਮਝਣਾ ਜਰਾ। ਜਿੱਦਾਂ ਇਹ ਇੱਕ ਮਿਸਾਲ ਦੇ ਦਈਏ ਕਿ ਇੱਕ ਲੜਕੀ ਸੀ, ਪ੍ਰਿਵਿਟੀ ਉਹਦਾ ਨਾਮ ਸੀ। ਇੱਕ ਹਾਦਸੇ ਵਿੱਚ ਨਾ ਉਹਦੀ ਲੱਤ ਦੇ ਉੱਪਰ ਦੀ ਐਕਸੀਡੈਂਟ ਹੋਇਆ ਤਾਂ ਲੱਤ ਦੇ ਉੱਪਰ ਦੀ ਗੱਡੀ ਗੁਜ਼ਰ ਗਈ, ਜਿਹਦੇ ਕਹਿੰਦੇ 100 ਟੰਕੇ ਲੱਗੇ ਉਹਦੀ ਇਹ ਲੱਤ ਨੂੰ ਹਸਪੀਟਲ ਜਾ ਕੇ। ਤਾਂ ਹਾਦਸੇ ਵਿੱਚ ਉਹਦਾ ਇੱਕ ਫੇਸ ਵੀ ਝੁਲਸ ਗਿਆ ਥੋੜਾ ਜਿਹਾ ਇੱਕ ਸਾਈਡ ਤੋਂ, ਛੋਟੀ ਬੱਚੀ ਸੀ। ਹੁਣ ਕਾਫੀ ਉਹਦਾ ਇਲਾਜ ਚੱਲਿਆ, ਕਾਫੀ ਸਾਲ ਉਹਦੇ ਇਲਾਜ ਚੱਲਦੇ ਰਹੇ। ਫਿਰ ਆਖਿਰ ਜਦੋਂ ਉਹਦੀ ਲੱਤ ਠੀਕ ਹੋਈ ਤਾਂ ਫਿਰ ਉਹ ਦੂਸਰੀ ਲੱਤ ਨਾਲੋਂ 2 ਇੰਚ ਛੋਟੀ ਵੀ ਹੋ ਗਈ, ਕਿਉਂਕਿ ਉਹ ਗੱਡੀ ਲੰਘਣ ਕਰਕੇ, ਪਲਾਸਟਰ ਕਰਨ ਕਰਕੇ, ਟੰਕੇ ਲੱਗਣ ਕਰਕੇ, ਆਪਰੇਸ਼ਨ ਹੋਣ ਕਰਕੇ ਉਹ ਹੱਡੀ ਉਨੀ ਗਰੋ ਨਹੀਂ ਕਰ ਪਾਈ ਜਿੰਨੀ ਨਾਰਮਲ ਲੱਤ ਗਰੋ ਕਰ ਗਈ ਸੀ। 2 ਇੰਚ ਲੱਤ ਛੋਟੀ ਵੀ ਹੋ ਗਈ। ਫਿਰ ਇੱਕ ਦਿਨ ਉਹਦੇ ਬਾਪ ਦਾ ਆਪਣਾ ਸਟੋਰ ਸੀ, ਬਾਹਰਲੀ ਅਮਰੀਕਾ ਦੀ ਗੱਲ ਹੈ ਕਿ ਉਹਦੇ ਬਾਪ ਦਾ ਆਪਣਾ ਸਟੋਰ ਸੀ। ਉਹ ਸੱਚੀ ਘਟਨਾ ਹੈ ਕਿ ਉਹਦੇ ਬਾਪ ਦਾ ਆਪਣਾ ਸਟੋਰ ਸੀ। ਸਟੋਰ ਦਾ ਮਤਲਬ ਜਿੱਥੇ ਦੁੱਧ, ਦਾਲ, ਸਬਜ਼ੀਆਂ, ਜਿੱਦਾਂ ਅੱਜ ਕੱਲ੍ਹ ਆਪਾਂ ਦੁਕਾਨਾਂ ਦੇ ਕਰਿਆਨਾ ਸਟੋਰ ਹੁੰਦਾ, ਇੱਦਾਂ ਉਹਦਾ ਸਟੋਰ ਸੀ। ਹੁਣ ਇਸ ਹਾਦਸੇ ਤੋਂ ਬਾਅਦ ਬਾਪ ਉਹ ਆਪਣੀ ਬੇਟੀ ਨੂੰ ਲੈ ਕੇ ਆਪਣੇ ਸਟੋਰ ਤੇ ਗਿਆ। ਜਦੋਂ ਥੋੜੀ ਠੀਕ ਹੋ ਗਈ, ਚੱਲਣ ਫਿਰਨ ਲੱਗ ਗਈ ਕਿ ਚੱਲ ਬੇਟਾ ਤੂੰ ਘਰ ਉਦਾਸ ਰਹਿੰਦੀ ਹੈ, ਮੇਰੇ ਨਾਲ ਸਟੋਰ ਤੇ ਚੱਲ, ਕਸਟਮਰ ਆਉਂਦੇ ਜਾਂਦੇ, ਤੇਰਾ ਵੀ ਮਨ ਬਹਿਲੇਗਾ। ਤਾਂ ਉੱਥੇ ਇੱਕ ਉਸ ਦੁਕਾਨ ਨੂੰ ਦੁੱਧ ਸਪਲਾਈ ਕਰਨ ਵਾਲਾ ਦੋਜੀ ਸੀ, ਜਿਹੜਾ ਰੋਜ਼ ਸਵੇਰੇ ਜਦੋਂ ਦੁਕਾਨ ਖੁੱਲਦੀ ਸੀ ਦੁੱਧ ਸਪਲਾਈ ਕਰਦਾ ਸੀ। ਤਾਂ ਅੱਜ ਉਹ ਜਦੋਂ ਦੋਜੀ ਦੁੱਧ ਲੈ ਕੇ ਆਇਆ, ਔਰ ਇਸ ਪਰਿਵਾਰ ਨਾਲ ਉਹਦੇ ਪਿਛਲੇ ਕਾਫੀ ਸਾਲਾਂ ਤੋਂ ਤਾਲੁਕ ਸੀ, ਇਸ ਲਈ ਫੈਮਿਲੀ ਦੀ ਤਰ੍ਹਾਂ ਉਹ ਪਰਿਵਾਰ ਨੂੰ ਪਿਆਰ ਕਰਦਾ ਸੀ। ਜਦੋਂ ਦੁੱਧ ਅੰਦਰ ਦੇ ਰਿਹਾ ਹੈ ਤਾਂ ਉਹਦੀ ਨਜ਼ਰ ਉਹ ਬੱਚੀ ਤੇ ਗਈ, ਜਿਹੜੀ ਉੱਥੇ ਬੈਠੀ ਹੋਈ ਸੀ, ਉਦਾਸ, ਬੜੀ ਨਿਰਾਸ਼। ਜਦੋਂ ਉਹਨੂੰ ਦੇਖਿਆ ਤਾਂ ਦੁੱਧ ਦੀਆਂ ਕੈਨੀਆਂ ਰੱਖ ਕੇ ਫਿਰ ਬੱਚੀ ਦੇ ਕੋਲ ਗਿਆ। ਕਹਿੰਦਾ ਬੇਟਾ ਕੀ ਗੱਲ ਹੋ ਗਈ, ਠੀਕ ਹੈ, ਤੂੰ ਉਦਾਸ ਕਿਉਂ ਹੈ? ਉਦਾਸ ਕਿਉਂ ਹੈ? ਕਿਉਂਕਿ ਬੱਚੀ ਆਪਣੀ ਲੱਤ ਨੂੰ ਲੈ ਕੇ, ਆਪਣੇ ਚਿਹਰੇ ਨੂੰ ਲੈ ਕੇ ਥੋੜੀ ਪਰੇਸ਼ਾਨ ਸੀ। ਜਦੋਂ ਇਦਾਂ ਦਾ ਕੋਈ ਹਾਦਸਾ ਹੁੰਦਾ ਤਾਂ ਬੰਦੇ ਦੇ ਦਿਲੋਂ ਦਿਮਾਗ ਤੇ ਅਸਰ ਪੈ ਜਾਂਦਾ ਹੈ ਕਿ ਮੈਂ ਆਮ ਬੱਚਿਆਂ ਵਾਂਗੂ ਖੇਡ ਨਹੀਂ ਸਕਦੀ, ਜਾਂ ਆਮ ਬੱਚਿਆਂ ਦੀ ਤਰ੍ਹਾਂ ਮੈਂ ਹੁਣ ਸੋਹਣਾ ਨਹੀਂ ਹੋ ਰਹਿ ਗਈ, ਮੈਨੂੰ ਆਹ ਦਾਗ ਮਿਲ ਗਿਆ, ਜਾਂ ਮੈਨੂੰ ਆਹ ਪ੍ਰੋਬਲਮ ਆ ਗਈ। ਹੁਣ ਉਹ ਬੈਠੀ ਇਸੇ ਤਰ੍ਹਾਂ ਉਦਾਸ ਬੈਠੀ ਸੀ ਤਾਂ ਦੋਜੀ ਨੇ ਜਾ ਕੇ, ਇਸਨੇ ਜਾ ਕੇ ਉਹਨੂੰ ਪੁੱਛਿਆ ਬੇਟਾ ਕੀ ਗੱਲ ਹੋ ਗਈ, ਕਿਉਂਕਿ ਇਹ ਪਹਿਲਾਂ ਵੀ ਮਿਲਦਾ ਸੀ, ਹਾਦਸੇ ਤੋਂ ਪਹਿਲਾਂ ਵੀ ਉਹ ਬੱਚੀ ਨੂੰ ਦੇਖਦਾ ਸੀ, ਬੜੀ ਖੁਸ਼ ਰਹਿੰਦੀ ਸੀ। ਅੱਜ ਪੁੱਛਿਆ ਬੇਟਾ ਕੀ ਗੱਲ ਹੋ ਗਈ, ਤਾਂ ਕਹਿੰਦੀ ਅੰਕਲ ਤੁਹਾਨੂੰ ਪਤਾ ਹੀ ਹੈ, ਆਹ ਦੇਖੋ, ਆਹ ਮੇਰਾ ਫੇਸ, ਮੇਰੀ ਲੱਤ। ਤਾਂ ਉਸ ਵੇਲੇ ਉਹਨਾਂ ਕਿਹਾ ਬੇਟਾ ਦੇਖ, ਇਹ ਸਰੀਰ ਹੈ, ਇਹ ਜਿਸਮ ਹੈ, ਜਿਸਮ ਨਾਲ ਕੁਝ ਨਹੀਂ ਹੁੰਦਾ, ਹੁੰਦਾ ਸਭ ਕੁਝ ਸਾਡੀ ਸੋਚ ਨਾਲ ਹੈ। ਜਦੋਂ ਇਹ ਸੋਚ ਨਾਲ ਇੱਥੋਂ ਮੰਨ ਲੈਂਦਾ ਕਿ ਮੇਰੇ ਅੰਦਰ ਕੋਈ ਕਮੀ ਹੈ, ਜਾਂ ਮੈਂ ਬੇਕਾਰ ਹਾਂ, ਜਾਂ ਮੇਰੇ ਅੰਦਰ ਆਹ ਕਮੀ ਹੈ, ਤਾਂ ਸਾਡੀ ਸੋਚ ਹੀ ਉਹ ਕਮੀ ਨੂੰ ਪੈਦਾ ਕਰ ਦਿੰਦੀ ਹੈ। ਹਾਲਾਂਕਿ ਨਹੀਂ ਤਾਂ ਕਮੀ ਇਨਸਾਨ ਦੇ ਅੰਦਰ ਕੋਈ ਵੀ ਨਹੀਂ ਹੁੰਦੀ। ਇਸ ਲਈ ਤੁਹਾਨੂੰ ਵੀ ਇਹ ਗੱਲ ਕਹਾਂਗੇ ਕਿ ਇਹ ਨਾ ਦੇਖੋ ਕਿ ਮੇਰਾ ਸਰੀਰ ਕੈਸਾ ਹੈ, ਮੇਰੀ ਹਾਈਟ ਛੋਟੀ ਹੈ, ਮੇਰੀ ਹਾਈਟ ਬੜੀ ਹੈ। ਕਈ ਵਾਰ ਬੰਦਾ ਕਹਿੰਦਾ ਮੇਰਾ ਕੱਦ ਬੜਾ ਛੋਟਾ ਹੈ, ਜਾਂ ਮੇਰਾ ਰੂਪ ਐਸਾ, ਮੇਰਾ ਰੰਗ ਐਸਾ ਹੈ। ਇਹ ਰੂਪ ਰੰਗ ਨਾਲ ਕੋਈ ਫਰਕ ਨਹੀਂ ਪੈਂਦਾ। ਜਦ ਵੀ ਫਰਕ ਪੈਂਦਾ ਤੇ ਇਨਸਾਨ ਦੀ ਸੋਚ ਨਾਲ ਫਰਕ ਪੈਂਦਾ ਹੈ। ਕਿਉਂਕਿ ਅਸੀਂ ਪਹਿਲੇ ਦੱਸਿਆ ਕਿ ਬਰੂਸ ਲਿਪਟਨ ਇਹੀ ਤਾਂ ਸਾਬਿਤ ਕਰਦੇ ਕਿ ਸੋਚ, ਇਹ ਤੇਰਾ ਦਿਮਾਗ ਇੱਕ ਰਿਮੋਟ ਦਾ ਕੰਮ ਕਰਦਾ ਹੈ। ਜਿਸ ਵੇਲੇ ਤੂੰ ਇੱਥੇ ਸੋਚ ਲਿਆ ਕਿ ਮੈਂ ਕਰ ਸਕਦਾ ਹਾਂ, ਤਾਂ ਤੇਰੇ ਸੈੱਲ ਉਦਾਂ ਰੈਡੀ ਹੋ ਜਾਂਦੇ ਆ ਕਰਨ ਵਾਸਤੇ। ਤਾਂ ਜਦੋਂ ਤੂੰ ਸੋਚ ਲੈਂਦਾ ਮੇਰੇ ਤੋਂ ਨਹੀਂ ਹੋਣਾ, ਤਾਂ ਤੇਰੇ ਸੈੱਲ ਇਹ ਬੋਡੀ ਦੇ ਉਦਾਂ ਦਾ ਕੰਮ ਕਰਨਾ ਸ਼ੁਰੂ ਕਰ ਦਿੰਦੇ, ਉਹ ਚੈਨਲ ਚੱਲ ਪੈਂਦਾ ਹੈ। ਤੂੰ ਕਹਿੰਦਾ ਮੈਨੂੰ ਡਰ ਲੱਗ ਰਿਹਾ, ਕਿਉਂਕਿ ਡਰ ਪਹਿਲਾਂ ਸੋਚ ਚ ਆਉਂਦਾ ਹੈ, ਫਿਰ ਸਾਡਾ ਸਰੀਰ ਕੰਬਣਾ ਸ਼ੁਰੂ ਹੋ ਜਾਂਦਾ ਹੈ। ਤਾਂ ਜਦੋਂ ਇੱਕ ਇਨਸਾਨ ਇੱਥੋਂ ਸੋਚ ਲੈਂਦਾ ਹੈ ਮੈਂ ਕਰ ਸਕਦਾ ਹਾਂ, ਤਾਂ ਫਿਰ ਜ਼ਰਾ ਸੋਚੋ। ਅਸੀਂ ਹੁਣ ਤੁਹਾਨੂੰ ਇੱਕ ਗੱਲ ਪੁੱਛਾਂਗੇ, ਤਾਂ ਆਪ ਦੇਖਣਾ ਕੋਈ ਚੀਜ਼ ਹੈ ਤੁਹਾਡੇ ਸਾਹਮਣੇ ਕਿ ਇੱਥੇ ਪਹੁੰਚਣਾ ਹੈ, ਤਾਂ ਜੇ ਤੁਸੀਂ ਪਹਿਲੇ ਹੀ ਸੋਚ ਲਓ, ਫਰਜ਼ ਕਰੋ ਪਹਾੜ ਦੀ ਚੋਟੀ ਹੈ, ਜੇ ਤੁਸੀਂ ਪਹਿਲੇ ਹੀ ਸੋਚ ਲਓ ਕਿ ਮੈਂ ਤੋਂ ਨਹੀਂ ਚੜ੍ਹ ਹੋਣਾ, ਤਾਂ ਫਿਰ ਕੀ ਹੋਣਾ ਹੈ? ਤੁਹਾਡੇ ਸਰੀਰ ਨੇ ਮਾੜੇ ਚੜ੍ਹ ਕੇ ਬੱਸ ਕਰ ਦੇਣੀ, ਡਰ ਲੱਗਣਾ ਕਿ ਨਹੀਂ ਮੈਂ ਕਿਤੇ ਫਿਸਲ ਨਾ ਜਾਵਾਂ। ਤੇ ਇੱਕ ਬੰਦਾ ਸੋਚਦਾ ਮੈਂ ਕਰ ਸਕਦਾ, ਮੈਂ ਕਰਨਾ ਹੈ, ਤਾਂ ਫਿਰ ਉਹ ਕਰਦਾ ਚਲਾ ਜਾਏਗਾ, ਕਿਉਂਕਿ ਬੋਡੀ ਨੇ ਉਦਾਂ ਦਾ ਐਕਸ਼ਨ ਲੈਣਾ ਸ਼ੁਰੂ ਕਰ ਦੇਣਾ ਹੈ ਜੈਸੀ ਤੁਹਾਡੀ ਸੋਚ ਹੋਣੀ ਹੈ। ਇੱਥੇ ਇਹੀ ਉਸ ਬੱਚੀ ਨੂੰ ਸਮਝਾ ਰਿਹਾ ਕਿ ਬੇਟਾ ਸਰੀਰਾਂ ਨਾਲ ਕੁਝ ਨਹੀਂ ਹੁੰਦਾ, ਆਪਣੇ ਮਨ ਨੂੰ ਸਟਰੋਂਗ ਬਣਾ, ਤੂੰ ਕਰ ਸਕਦੀ ਹੈ, ਤੂੰ ਸਭ ਕੁਝ ਪਾ ਸਕਦੀ ਹੈ। ਇਦਾਂ ਦੀ ਕਿਹੜੀ ਚੀਜ਼ ਹੈ ਜੋ ਤੂੰ ਨਹੀਂ ਕਰ ਸਕਦੀ? ਤਾਂ ਉਸ ਵੇਲੇ ਕਹਿੰਦੇ ਉਸਨੇ ਨਿਊਜ਼ਪੇਪਰ ਉੱਥੇ ਆਇਆ ਸੀ ਸ਼ਾਪ ਦੇ ਉੱਪਰ, ਤਾਂ ਉਸ ਵੇਲੇ ਨਿਊਜ਼ਪੇਪਰ 'ਚ ਉਸ ਟਾਈਮ ਇੱਕ ਲੜਕੀ ਸੀ, ਔਰਤ ਸੀ ਜੋ ਮਿਸ ਅਮਰੀਕਾ ਬਣੀ ਸੀ, ਉਹਦੀ ਫੋਟੋ ਸੀ ਨਿਊਜ਼ਪੇਪਰ ਉੱਪਰ। ਹੁਣ ਜਿਸ ਵੇਲੇ ਉਹਨਾਂ ਨਿਊਜ਼ਪੇਪਰ ਚੱਕਿਆ ਉਹ ਲੜਕੀ ਨੂੰ ਦਿਖਾਉਣ ਵਾਸਤੇ, ਕਹਿੰਦੇ ਬੇਟਾ ਇਹ ਕੌਣ ਹੈ? ਕਹਿੰਦੀ ਮਿਸ ਅਮਰੀਕਾ ਹੈ। ਕਹਿੰਦਾ ਬੇਟਾ ਤੂੰ ਬਣਨਾ ਚਾਹੁੰਦੀ ਮਿਸ ਅਮਰੀਕਾ?
ਉਹ ਕਹਿੰਦੀ ਮੈਂ ਕਿੱਥੋਂ ਬਣ ਸਕਦੀ, ਮੇਰੇ ਚਿਹਰੇ ਤੇ ਦਾਗ ਆ, ਮੇਰੀ ਲੱਤ ਛੋਟੀ। ਕਹਿੰਦਾ ਤੂੰ ਇਹ ਨਾ ਦੇਖ ਮੇਰੇ ਬੋਡੀ 'ਚ ਕੀ ਕਮੀ ਹੈ, ਤੂੰ ਬਣਨਾ ਚਾਹੁੰਦੀ ਹੈ, ਤੂੰ ਬਣਨਾ ਚਾਹੁੰਦੀ ਹੈ। ਤਾਂ ਉਸ ਵੇਲੇ ਲੜਕੀ ਨੇ ਕਹਿੰਦੀ ਹਾਂ ਬਣਨਾ ਤਾਂ ਮੈਂ ਚਾਹੁੰਦੀ ਹਾਂ, ਕਿਉਂਕਿ ਕਿਹਦਾ ਮਨ ਸੁਪਨਾ ਨਹੀਂ ਹੁੰਦਾ ਕਿ ਮਿਸ ਇੰਡੀਆ ਬਣਾ ਜਾਂ ਮਿਸ ਅਮਰੀਕਾ ਬਣਾ, ਮਸ਼ਹੂਰ ਹੋਣਾ ਤਾਂ ਹਰ ਕੋਈ ਚਾਹੁੰਦਾ ਹੈ। ਕਹਿੰਦੀ ਬਣਨਾ ਚਾਹੁੰਦੀ, ਪਰ ਕਹਿੰਦਾ ਬਸ ਫਿਰ ਇਹ ਨਹੀਂ ਕਹਿਣਾ, ਪਰ ਆਪਣੇ ਗੋਡ ਨੂੰ ਕਹਿ ਕਿ ਐ ਈਸ਼ਵਰ, ਐ ਮੇਰੇ ਗੋਡ, ਐ ਮੇਰੇ ਪਿਤਾ, ਮੈਂ ਬਣਨਾ ਚਾਹੁੰਦੀ ਹਾਂ, ਮੈਨੂੰ ਰਸਤਾ ਦਿਖਾ, ਮੈਨੂੰ ਤਾਕਤ ਦੇ ਕਿ ਮੈਂ ਬਣ ਸਕਾਂ। ਔਰ ਵਿਸ਼ਵਾਸ ਰੱਖ ਫਿਰ, ਕਿਉਂਕਿ ਉਹ ਪ੍ਰਮਾਤਮਾ ਸਾਡਾ ਪਿਤਾ ਹੈ। ਜਦੋਂ ਇੱਕ ਬੱਚਾ ਆਪਣੇ ਬਾਪ ਨੂੰ ਕਹਿੰਦਾ ਨਾ ਪਿਤਾ ਜੀ ਮੈਨੂੰ ਸਾਈਕਲ ਚਾਹੀਦਾ ਹੈ, ਤਾਂ ਹੁਣ ਬਾਪ ਜਿੱਥੋਂ ਮਰਜ਼ੀ ਲਿਆ ਕੇ ਦੇਵੇ, ਬਾਪ ਨੂੰ ਦਿੰਦਾ ਹੈ। ਤਾਂ ਜੇ ਅਸੀਂ ਤੁਹਾਨੂੰ ਪੁੱਛੀਏ ਕਿ ਸਾਡਾ ਸਭ ਦਾ ਪਿਤਾ ਕੌਣ ਹੈ, ਕੌਣ ਹੈ ਸਾਡਾ ਸਭ ਦਾ ਪਿਤਾ, ਅਗਰ ਦੇਖਿਆ ਜਾਵੇ ਤਾਂ ਕਹਿੰਦੇ ਨਾ ਇੱਕ ਪਿਤਾ, ਇਸ਼ਾਰਾ ਜਾਂਦਾ ਕਿ ਨਹੀਂ, ਕਿਹਦੀ ਤਰਫ ਇਸ਼ਾਰਾ ਜਾਂਦਾ ਹੈ, ਆਪਣੇ ਉਹ ਮਾਲਿਕ ਦੀ, ਪਰਮਾਤਮਾ ਪ੍ਰਭੂ ਦੀ ਤਰਫ, ਵਾਹਿਗੁਰੂ ਅੱਲਾਹ ਦੀ ਤਰਫ ਇਸ਼ਾਰਾ ਜਾਂਦਾ ਹੈ ਕਿ ਸਾਡਾ ਸਾਰਿਆਂ ਦਾ ਪਿਤਾ ਇੱਕ ਹੈ। ਤਾਂ ਜੇ ਅਸੀਂ ਆਪਣੇ ਉਸ ਪਿਤਾ ਤੇ ਵਿਸ਼ਵਾਸ ਰੱਖੀਏ ਕਿ ਇਹ ਮੇਰੇ ਪਰਮਾਤਮਾ, ਇਹ ਮੇਰੇ ਪ੍ਰਭੂ, ਇਹ ਮੇਰੇ ਮਾਲਿਕ, ਇਹ ਮੇਰੇ ਪਿਤਾ, ਮੈਂ ਆਹ ਕੰਮ ਕਰਨਾ ਚਾਹੁੰਦਾ ਹੈ, ਮੈਨੂੰ ਰਸਤਾ ਦਿਖਾ, ਮੈਨੂੰ ਹਿੰਮਤ ਦੇ, ਮੈਨੂੰ ਤਾਕਤ ਦੇ ਕਿ ਮੈਂ ਕਰ ਸਕਾਂ, ਤਾਂ ਫਿਰ ਤਾਕਤ ਕਿਉਂ ਨਹੀਂ ਦੇਵੇਗਾ। ਦੇਖੋ ਕਹਿਣਾ ਤਾਂ ਪੈਂਦਾ ਹੀ ਹੈ ਨਾ। ਜੇ ਹੁਣ ਬੱਚਾ ਤੁਹਾਡਾ ਚੁੱਪ ਕਰਕੇ ਬੈਠਾ ਰਵੇ ਤਾਂ ਤੁਸੀਂ ਉਹਦੀ ਇੱਛਾ ਕਿੱਦਾਂ ਪੂਰੀ ਕਰੋਗੇ। ਹੁਣ ਇੱਕ ਬੱਚਾ ਬੈਠਾ ਚੁੱਪ ਕਰਕੇ, ਇੱਕ ਦਿਨ ਬੈਠਾ, 2 ਦਿਨ ਬੈਠਾ, ਤੁਸੀਂ ਕਹੋ ਬੇਟਾ ਕੀ ਗੱਲ ਹੋ ਗਈ, ਚੁੱਪੇ ਕਿਉਂ ਬੈਠਾ ਹੈ। ਨਹੀਂ ਪਿਤਾ ਜੀ ਮੈਨੂੰ ਚਾਕਲੇਟ ਚਾਹੀਦੀ ਸੀ ਤਾਂ ਮੈਂ ਚੁੱਪ ਬੈਠਾ। ਤਾਂ ਬੇਟਾ ਦੱਸ ਤਾਂ ਸਹੀ ਮੈਨੂੰ, ਤੂੰ ਬੋਲੇਗਾ ਤਾਂ ਹੀ ਮੈਨੂੰ ਪਤਾ ਲੱਗੇਗਾ, ਮੈਂ ਤਾਂ ਹੀ ਲੈ ਕੇ ਆਉਂਗਾ। ਸਮਝਦੇ ਹੋ ਕਿ ਨਹੀਂ। ਹੁਣ ਜਿਹੜਾ ਸੱਚ ਦੱਸਣਾ, ਜੇ ਤੁਹਾਡੇ ਬੱਚੇ ਹੈ ਨਾ, ਤੁਸੀਂ ਕਿਤੇ ਬਾਹਰ ਜਾਂਦੇ ਹੋ, ਚਾਹੇ ਇਹ ਸਟੇਟ ਤੋਂ ਬਾਹਰ ਕਿਤੇ ਜਾਂਦੇ ਹੋ, ਚਾਹੇ ਦੇਸ਼ ਤੋਂ ਬਾਹਰ ਕਿਤੇ ਜਾਂਦੇ ਹੋ, ਜਾਂ ਉੱਦਾਂ ਵੀ ਬਾਜ਼ਾਰ ਆਪਣੇ ਕੰਮ ਤੇ ਜਾਂਦੇ ਹੋ, ਜੇ ਤੁਹਾਡੇ ਬੱਚੇ ਕਹਿਣ ਪਿਤਾ ਜੀ ਆਉਂਦੇ ਹੋਏ ਚਾਕਲੇਟ ਲੈ ਆਓ, ਜਾਂ ਆਉਂਦੇ ਹੋਏ ਆਹ ਚੀਜ਼ ਖਾਣ ਨੂੰ ਲੈ ਆਓ, ਸੇਬ ਲੈ ਆਓ ਜਾਂ ਅੰਗੂਰ ਲੈ ਆਓ, ਤਾਂ ਤੁਸੀਂ ਲੈ ਕੇ ਨਹੀਂ ਜਾਂਦੇ। ਤੁਹਾਨੂੰ ਪਤਾ ਜਿਹੜੀ ਚੀਜ਼ ਤੁਹਾਡੀ ਪਹੁੰਚ 'ਚ ਤੁਸੀਂ ਉਹ ਜ਼ਰੂਰ ਲੈ ਕੇ ਜਾਂਦੇ ਹੋ। ਇਸੇ ਤਰ੍ਹਾਂ ਹੁਣ ਇੱਥੇ ਅਸੀਂ ਵੀ ਇੱਕ ਵਿਸ਼ਵਾਸ ਰੱਖਣਾ ਕਿ ਸਾਨੂੰ ਪੈਦਾ ਕਰਨ ਵਾਲੀ ਸ਼ਕਤੀ ਵੀ ਉਹ ਪ੍ਰਮਾਤਮਾ ਹੈ, ਉਹ ਪ੍ਰਭੂ ਹੈ, ਔਰ ਉਹ ਮੇਰੇ ਮਾਲਿਕ ਪਰਮਾਤਮਾ ਪ੍ਰਭੂ ਦੀ ਪਹੁੰਚ ਵਿੱਚ ਤਾਂ ਸਭ ਕੁਝ ਹੈ। ਬਸ ਮੈਂ ਉਹਨੂੰ ਕਹਿਣਾ ਹੈ ਕਿ ਇਹ ਮੇਰੇ ਮਾਲਿਕ, ਮੈਂ ਆਹ ਚੀਜ਼ ਪਾਣੀ ਚਾਹੁੰਦਾ ਆ, ਮੈਨੂੰ ਰਸਤਾ ਦਿਖਾ, ਮੈਨੂੰ ਹਿੰਮਤ ਦੇ। ਤਾਂ ਫਿਰ ਤੁਸੀਂ ਦੇਖੋ ਰਸਤੇ ਖੁੱਲਣੇ ਸ਼ੁਰੂ ਹੋ ਜਾਣਗੇ, ਤੁਹਾਡੇ ਅੰਦਰ ਵਿਚਾਰ ਆਣੇ ਸ਼ੁਰੂ ਹੋ ਜਾਣਗੇ। ਜਰਾ ਸਮਝਣਾ। ਕਹਿੰਦੇ ਅਨੁਰੀਮਾ ਸਹਿਨਾ ਦਾ ਨਾਮ ਤੁਸੀਂ ਸੁਣਿਆ ਹੋਵੇਗਾ ਕਿ ਜਿਹੜੀ ਇੱਕ ਟ੍ਰੇਨ ਹਾਦਸੇ ਦੇ ਵਿੱਚ ਲੱਤ ਕੱਟੀ ਗਈ ਸੀ। ਇੱਕ ਲੜਕੀ ਹੈ ਅਨੁਰੀਮਾ ਸਿਨਹਾ, ਜੋ ਇਸ ਵੇਲੇ ਵੀ ਇਹ ਦੁਨੀਆ ਤੇ ਹੈ, ਇਹ ਨਹੀਂ ਕੋਈ ਪੁਰਾਣੀ ਕਹਾਣੀ ਹੈ, ਕਿ ਉਹਦੀ ਲੱਤ ਕੱਟੀ ਗਈ ਸੀ ਟ੍ਰੇਨ ਹਾਦਸੇ ਵਿੱਚ। ਤਾਂ ਜਿਸ ਵੇਲੇ ਉਹ ਬੈੱਡ ਤੇ ਲੇਟੀ ਹੋਈ ਹੈ, ਸੋਚ ਰਹੀ ਹੈ ਕਿ ਮੈਂ ਮਰ ਵੀ ਸਕਦੀ ਸੀ, ਪਰ ਫਿਰ ਵੀ ਕੁਦਰਤ ਨੇ ਮੈਨੂੰ ਜ਼ਿੰਦਗੀ ਦਿੱਤੀ ਹੈ, ਤੇ ਇਹਦਾ ਮਤਲਬ ਇਹਦੇ ਪਿੱਛੇ ਕੋਈ ਨਾ ਕੋਈ ਰਾਜ ਹੈ। ਹੁਣ ਮੈਂ ਐਸਾ ਕੀ ਕਰਾਂ, ਉਹ ਕੁਦਰਤ ਨੂੰ ਪੁੱਛ ਰਹੀ ਹੈ, ਪ੍ਰਮਾਤਮਾ ਮੈਂ ਐਸਾ ਕੀ ਕਰਾਂ ਕਿ ਮੇਰਾ ਨਾਮ ਹੋਵੇ, ਔਰ ਮੇਰਾ ਜਿਹੜਾ ਅਹਿਸਾਸ ਹੈ ਨਾ ਕਿ ਮੈਂ ਉਹ ਕਰਨਾ ਚਾਹੁੰਦੀ ਹੈ ਕਿ ਦੁਨੀਆ ਤੇ ਮਿਸਾਲ ਬਣੇ ਕਿ ਜੋ ਨਾਰਮਲ ਇਨਸਾਨ ਨਹੀਂ ਕਰ ਸਕਦਾ, ਇੱਕ ਅਪਾਹਿਜ ਲੜਕੀ ਨੇ ਕਰਕੇ ਦਿਖਾ ਦਿੱਤਾ। ਕਹਿੰਦੀ ਮੈਂ ਜਦੋਂ ਕਰ ਰਹੀ ਸੀ ਤਾਂ ਉਸ ਵੇਲੇ ਕੁਦਰਤ ਨੇ ਕੀ ਇਸ਼ਾਰਾ ਦਿੱਤਾ, ਜਦੋਂ ਪੁੱਛਿਆ ਗੋਡ ਨੂੰ, ਪ੍ਰਮਾਤਮਾ ਨੂੰ, ਪ੍ਰਭੂ ਮੈਨੂੰ ਰਸਤਾ ਦਿਖਾ, ਤਾਂ ਉਸ ਵੇਲੇ ਟੀਵੀ ਤੇ ਮਾਊਂਟ ਐਵਰੈਸਟ ਦੇ ਬਾਰੇ ਕੁਝ ਆ ਗਿਆ। ਕਾਹਦੇ ਬਾਰੇ? ਮਾਊਂਟ ਐਵਰੈਸਟ ਬਾਰੇ। ਨੈਸ਼ਨਲ ਜਿਓਗ੍ਰਾਫੀ ਕਿਹੜਾ ਚੈਨਲ ਹੁੰਦਾ ਨਾ, ਇੱਕ ਐਸਾ ਕੁਝ ਜਿਹਦੇ 'ਚ ਉਹ ਦਿਖਾਉਂਦੇ ਹੈ। ਕਹਿੰਦੇ ਉਸ ਵੇਲੇ ਉਹ ਆ ਗਿਆ, ਤਾਂ ਮੈਂ ਉਹ ਕਿਹਾ ਕਿ ਜਦੋਂ ਮੈਂ ਗੋਡ ਨੂੰ ਕਿਹਾ, ਆਪਣੇ ਰੱਬ ਨੂੰ ਕਿਹਾ ਮੈਨੂੰ ਰਸਤਾ ਦਿਖਾ, ਜੇ ਜੀਵਨ ਦਿੱਤਾ ਤਾਂ ਮੈਂ ਐਸਾ ਕੀ ਕਰਾਂ, ਕਿਉਂਕਿ ਮੈਂ ਪਾਹਦਾਂ ਵਾਲੀ ਜ਼ਿੰਦਗੀ ਨਹੀਂ ਜੀਣਾ ਚਾਹੁੰਦੀ, ਮੈਂ ਸ਼ਾਨ ਨਾਲ ਜ਼ਿੰਦਗੀ ਜੀਣਾ ਚਾਹੁੰਦੀ ਹਾਂ। ਤਾਂ ਉਸ ਵੇਲੇ ਸਾਹਮਣੇ ਉਹ ਚੈਨਲ ਤੇ ਉਹ ਕਿਉਂ ਆਇਆ, ਉਹ ਆਂਦੇ ਹੀ ਮੈਂ ਫੈਸਲਾ ਲੈ ਲਿਆ ਕਿ ਇਸ਼ਾਰਾ ਹੈ ਗੋਡ ਦਾ, ਕੁਦਰਤ ਦਾ, ਕਿ ਤੂੰ ਆ ਕਰਨਾ ਹੈ ਫਤਿਹ। ਉਹਨੇ ਮਨ 'ਚ ਬਣਾ ਲਿਆ, ਔਰ ਫਿਰ ਟ੍ਰੇਨਿੰਗ ਲਈ, ਔਰ ਫਿਰ ਦੇਖੋ ਇਸ ਅਪਾਹਿਜ ਲੜਕੀ ਨੇ ਮਾਊਂਟ ਐਵਰੈਸਟ ਫਤਿਹ ਕੀਤਾ। ਬੋਲੋ ਸਮਝਦੇ ਹੋ ਕਿ ਨਹੀਂ। ਕੁਦਰਤ ਇਸ਼ਾਰੇ ਦਿੰਦੀ ਹੈ, ਪਰ ਕੁਦਰਤ ਕੋਲੋਂ ਮੰਗਣਾ ਤਾਂ ਪੈਂਦਾ ਹੀ ਹੈ ਨਾ, ਕਹਿਣਾ ਤਾਂ ਪੈਂਦਾ ਹੀ ਹੈ ਉਹਨੂੰ। ਹੁਣ ਤੁਸੀਂ ਇੱਕ ਰੈਸਟੋਰੈਂਟ 'ਚ ਜਾ ਕੇ ਬਹਿ ਜਾਓ, ਟੇਬਲ ਦੇ ਉੱਪਰ ਚਾਹੇ 5 ਸਟਾਰ ਹੋਟਲ ਹੋਵੇ, 7 ਸਟਾਰ ਹੋਵੇ, 4 ਸਟਾਰ ਹੋਵੇ, ਤੁਸੀਂ ਬੈਠੇ ਰਹੋ ਜਾ ਕੇ, ਤਾਂ ਵਿਚਾਰਾ ਵੇਟਰ ਵੀ ਕੀ ਕਰੇਗਾ। ਸਮਝਦੇ ਹੋ ਕਿ ਨਹੀਂ। ਫਿਰ ਤੁਸੀਂ ਬਹਿੰਦੇ ਹੋ, ਆਰਡਰ ਦਿੰਦੇ ਹੋ, ਹਾਂ ਬਈ ਲਿਆ ਬਈ ਦਾਲ ਮੱਖਣੀ ਲਿਆ, ਜਾਂ ਮਟਰ ਪਨੀਰ ਲਿਆ, ਜਾਂ ਆਹ ਚਾਵਲ ਲਿਆ, ਤਾਂ ਫਿਰ ਆਰਡਰ ਆ ਜਾਂਦਾ ਹੈ। ਹੁਣ ਇੱਥੇ ਇਹ ਵੀ ਕਹਾਂਗੇ ਕਿ ਕੁਦਰਤ ਵੀ ਕਹਿੰਦੀ ਹੈ ਕਿ ਤੂੰ ਵਿਸ਼ਵਾਸ ਨਾਲ ਮੰਗ, ਰਸਤਾ ਮੰਗ, ਕਿ ਐ ਮੇਰੇ ਮਾਲਿਕ ਮੈਂ ਕਰਨਾ ਚਾਹੁੰਦਾ ਆ, ਮੈਨੂੰ ਰਸਤਾ ਦਿਖਾ, ਮੈਨੂੰ ਹਿੰਮਤ ਦੇ, ਮੈਨੂੰ ਦੱਸ ਮੈਨੂੰ ਕਿੱਦਾਂ ਹਾਸਲ ਕਰ ਸਕਦਾ ਹੈ। ਤਾਂ ਦੇਖੋ ਫਿਰ ਜਿੱਦਾਂ ਬਾਬਾ ਬੁੱਲੇ ਸ਼ਾਹ ਨੇ ਕਿਹਾ ਨਾ ਕਿ ਬੁੱਲਿਆ ਰੱਬ ਤੇ ਰੱਖ ਭਰੋਸਾ, ਨਾ ਫਿਰ ਡਾਮਾ ਡੋਲ, ਇੱਕ ਭਰੋਸਾ ਰਹਿਮਤ ਵਾਲੇ ਕਈ ਦਰ ਦਿੰਦਾ ਖੋਲ। ਉਹ ਕਹਿੰਦੇ ਇੱਕ ਭਰੋਸਾ ਰਹਿਮਤ ਵਾਲੇ ਕਈ ਦਰਵਾਜ਼ੇ ਖੋਲ ਦਿੰਦਾ ਹੈ, ਇਸ ਲਈ ਰੱਬ ਤੇ ਭਰੋਸਾ ਰੱਖ, ਯਕੀਨ ਰੱਖ, ਤੂੰ ਮੰਗ ਤਾਂ ਸਹੀ, ਉਹ ਕੁਦਰਤ ਤੈਨੂੰ ਦੇਵੇਗੀ। ਸਮਝਦੇ ਹੋ ਕਿ ਨਹੀਂ। ਇਸ ਲਈ ਹੁਣ ਗੱਲ ਆ ਗਈ ਉਹ ਬੱਚੀ ਦੀ
ਕਿ ਜਿਸ ਵੇਲੇ ਚੈਰਲ ਪ੍ਰਿਵਿਟੀ ਉਹਦਾ ਨਾਮ ਸੀ, ਚੈਰਲ ਪ੍ਰਿਵਿਟੀ ਉਹਦਾ ਨਾਮ ਸੀ, ਉਹ ਦੋ ਬੱਚੀ ਜਿਹਦੇ ਲੱਤ ਦੇ ਉੱਪਰ ਦੀ ਗੱਡੀ ਲੰਘ ਗਈ ਸੀ, ਤਾਂ ਉਸ ਦੋਜੀ ਨੇ ਦਿਖਾਈ ਜਦੋਂ ਫੋਟੋ ਕਿ ਬੇਟਾ ਦੇਖ, ਆ ਦੇਖ ਤੂੰ ਮਿਸ ਅਮਰੀਕਾ ਬਣਨਾ ਚਾਹੁੰਦੀ ਹੈ? ਕਹਿੰਦੀ ਬਣਨਾ ਤਾਂ ਮੈਂ ਚਾਹੁੰਦੀ ਹਾਂ, ਪਰ ਮੈਂ ਕਿੱਦਾਂ ਬਣ ਸਕਦੀ ਹਾਂ, ਮੇਰੀ ਲੱਤ ਵੀ 2 ਇੰਚ ਛੋਟੀ ਹੈ, ਚਿਹਰਾ ਵੀ ਝੁਲਸ ਗਿਆ। ਉਹ ਕਹਿੰਦੀ ਇਹ ਫਿਕਰ ਛੱਡ, ਤੂੰ ਇਹ ਦੱਸ ਬਣਨਾ ਚਾਹੁੰਦੀ ਹੈ ਕਿ ਨਹੀਂ? ਕੁਦਰਤ ਨੂੰ ਕਹਿ, ਕੁਦਰਤ ਯਾਨੀ ਉਹ ਰੱਬ ਨੂੰ ਕਹਿ, ਗੋਡ ਨੂੰ ਕਹਿ ਕਿ ਇਹ ਮੇਰੇ ਮਾਲਿਕ ਹੈ, ਮੇਰੇ ਪਰਮਾਤਮਾ, ਮੈਂ ਮਿਸ ਅਮਰੀਕਾ ਬਣਨਾ ਚਾਹੁੰਦੀ ਹਾਂ, ਇਹਦੇ 'ਚ ਮੇਰੀ ਹੈਲਪ ਕਰ, ਮੇਰੀ ਮਦਦ ਕਰ, ਮੈਨੂੰ ਰਸਤਾ ਦਿਖਾ, ਮੈਂ ਕਿੱਦਾਂ ਬਣ ਸਕਦੀ ਹਾਂ। ਕਿਉਂਕਿ ਜਦੋਂ ਉਹਦੇ ਕੋਲ ਮਦਦ ਮੰਗੀਏ ਤਾਂ ਜ਼ਰੂਰ, ਹੁਣ ਤੁਸੀਂ ਕਿਤੇ ਰਸਤੇ ਤੁਰੇ ਜਾਂਦੇ ਕਿਸੇ ਨੂੰ ਕਹਿ ਦੋ ਨਾ ਭਾਈ ਮਾੜੀ ਮਦਦ ਕਰੋਗੇ, ਆ ਚੀਜ਼ ਦਿਓ ਮੈਨੂੰ, ਤਾਂ ਅਗਲਾ ਕਰਦਾ ਕਿ ਨਹੀਂ ਮਦਦ? ਜਵਾਬ ਦੇਣਾ ਸਾਨੂੰ। ਕੋਈ ਤੁਹਾਡੀ ਚੀਜ਼ ਗਿਰ ਜਾਵੇ ਫੜਾਉਂਦਾ ਕਿ ਨਹੀਂ? ਕੋਈ ਤੁਹਾਨੂੰ, ਤੁਸੀਂ ਕੋਈ ਸਮਾਨ ਭਾਰੀ ਹੋਵੇ ਚੱਕਣਾ ਹੋਵੇ, ਆ ਭਾਈ ਥੋੜੀ ਹੈਲਪ ਕਰਿਓ, ਕਰਦਾ ਕਿ ਨਹੀਂ? ਹੁਣ ਉਹਦੇ ਅੰਦਰ ਬੈਠਾ ਕੌਣ ਹੈ? ਕੌਣ ਬੈਠਾ ਉਹਦੇ ਅੰਦਰ? ਸਭ ਦੇ ਅੰਦਰ ਪਰਮਾਤਮਾ ਹੀ ਹੈ ਨਾ। ਉਹਦੇ ਅੰਦਰ ਜਦ ਇਨਸਾਨਾਂ ਦੇ ਅੰਦਰ ਬੈਠੀ, ਜਦੋਂ ਅਸੀਂ ਹੈਲਪ ਹੋ ਕੇ ਮੰਗਦੇ ਆ, ਉਹ ਸਾਡੀ ਮਦਦ ਕਰਨ ਨੂੰ ਤਿਆਰ ਹੋ ਜਾਂਦਾ, ਕਿਉਂਕਿ ਕੁਦਰਤ ਉਹਦੇ ਅੰਦਰ ਬੈਠੀ ਹੋਈ ਹੈ, ਉਹ ਪਰਮਾਤਮਾ ਉਹਦੇ ਅੰਦਰ ਬੈਠਾ ਹੋਇਆ ਹੈ, ਉਹਦੇ ਜ਼ਰੀਏ ਸਾਨੂੰ ਮਦਦ ਦੇ ਰਿਹਾ ਹੈ। ਤਾਂ ਫਿਰ ਸਿੱਧਾ ਉਹਦੇ ਕੋਲ ਮੰਗਾਂਗੇ ਤਾਂ ਫਿਰ ਉਹ ਕਿਉਂ ਨਹੀਂ ਸਾਡੀ ਮਦਦ ਕਰੇਗਾ? ਪਰ ਇਹ ਕਿ ਬੰਦਾ ਵਿਸ਼ਵਾਸ ਨਹੀਂ ਕਰ ਪਾਉਂਦਾ, ਬੰਦਾ ਯਕੀਨ ਨਹੀਂ ਕਰ ਪਾਉਂਦਾ, ਇਸ ਲਈ ਤਾਂ ਬੰਦੇ ਤੇ ਮਾੜੀ ਜਿਹੀ ਮੁਸੀਬਤ ਆਉਂਦੀ, ਬੰਦਾ ਕਹਿੰਦਾ ਮੇਰਾ ਕੋਈ ਹੈ ਨਹੀਂ, ਉਹ ਮੈਂ ਤਾਂ ਇਕੱਲਾ ਹੀ ਹਾਂ, ਮੈਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਹੈ। ਕਈਆਂ ਨੂੰ ਪੁੱਛ ਲਓ ਨਾ ਦੁਖੀ ਕਿਉਂ ਹੈ, ਉਹ ਲੈ ਜੀ ਮੇਰੀ ਫਲਾਨੀ ਭੂਆ ਨਹੀਂ ਮੈਨੂੰ ਪੁੱਛਦੀ, ਮੇਰਾ ਫਲਾਨਾ ਚਾਚਾ ਨਹੀਂ ਮੈਨੂੰ ਪੁੱਛਦਾ, ਮੇਰਾ ਮਾਮਾ ਨਹੀਂ ਮੇਰੀ ਹੈਲਪ ਕਰਦਾ, ਉਹ ਮੇਰੇ ਰਿਸ਼ਤੇਦਾਰ ਨਹੀਂ ਮੈਨੂੰ ਪੁੱਛਦੇ। ਉਹ ਭਾਈ ਤੂੰ ਰਿਸ਼ਤੇਦਾਰਾਂ ਤੋਂ ਹੀ ਹੈਲਪ ਲੱਭੀ ਜਾਂਦਾ, ਜੋ ਕਰਨ ਨੂੰ ਤਿਆਰ ਨਹੀਂ, ਤਾਂ ਜਿਹੜਾ ਕਰਨ ਨੂੰ ਤਿਆਰ ਬੈਠਾ ਕਦੀ ਉਹਦੇ ਕੋਲ ਵੀ ਮੰਗ ਕੇ ਦੇਖ। ਉਹ ਰੱਬ ਕਹਿੰਦਾ ਹਰ ਜਗ੍ਹਾ ਮੈਂ ਤੇਰੀ ਮਦਦ ਕਰਨ ਨੂੰ ਤਿਆਰ ਹਾਂ, ਤੂੰ ਵਿਸ਼ਵਾਸ ਰੱਖ, ਕਿਉਂਕਿ ਇੱਕ ਭਰੋਸਾ ਰਹਿਮਤ ਵਾਲੇ ਕਈ ਦਰ ਦਿੰਦਾ ਖੋਲ। ਅੱਜ ਬੰਦਾ ਕਹਿੰਦਾ ਮੇਰੀ ਉਹ ਮਦਦ ਨਹੀਂ ਕਰਦਾ, ਬੰਦਾ ਇੱਕ ਤੇ ਆਸ ਰੱਖਦਾ ਹੈ, ਤਾਂ ਜੇ ਆਪਣੇ ਰੱਬ ਤੇ ਵਿਸ਼ਵਾਸ ਰੱਖਾਂਗੇ ਤਾਂ ਰੱਬ ਨੇ ਪਤਾ ਨਹੀਂ ਕਿੱਥੋਂ ਕਿੱਥੋਂ ਸਾਡੇ ਵਾਸਤੇ ਹੈਲਪ ਪੈਦਾ ਕਰ ਦੇਣੀ। ਕਿਉਂਕਿ ਤੁਸੀਂ ਵੀ ਕਦੀ ਦੇਖਿਆ ਹੋਵੇਗਾ ਕਿ ਜ਼ਿੰਦਗੀ 'ਚ ਜਿੱਥੋਂ ਆਸ ਰੱਖੀ ਹੁੰਦੀ ਉੱਥੋਂ ਮਿਲਦਾ ਨਹੀਂ, ਤਾਂ ਜਿੱਥੋਂ ਬੰਦਾ ਸੋਚਦਾ ਵੀ ਨਹੀਂ ਉਹ ਆ ਕੇ ਸਾਡੀ ਮਦਦ ਵਾਸਤੇ ਖੜ ਜਾਂਦਾ। ਬੰਦਾ ਕਹਿੰਦਾ ਮੈਂ ਸੋਚਿਆ ਵੀ ਨਹੀਂ ਸੀ, ਇਹਨੇ ਮਦਦ ਕਰ ਦਿੱਤੀ। ਇਹ ਕੁਦਰਤ ਹੈ। ਰੱਬ ਕਹਿੰਦਾ ਦੇਣ ਵਾਲਾ ਮੈਂ ਹਾਂ, ਤੂੰ ਮੇਰੇ ਤੇ ਯਕੀਨ ਕਰਨਾ ਸ਼ੁਰੂ ਕਰ, ਮੇਰੇ ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਕਿ ਮੇਰੀ ਮਦਦ ਕਰਨ ਵਾਲਾ, ਮੈਨੂੰ ਸੰਭਾਲਣ ਵਾਲਾ, ਜਿੱਦਾਂ ਗੁਰਬਾਣੀ 'ਚ ਆਇਆ ਨਾ, ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰੱਖੇਗਾ ਸਿਰਜਣਹਾਰ। ਕਿ ਤੂੰ ਕਿਉਂ ਡੋਲਦਾ ਹੈ, ਕਿਉਂ ਚਿੰਤਾ ਕਰਦਾ, ਜਦੋਂ ਐਡਾ ਵੱਡਾ ਸਿਰਜਣਹਾਰ ਸ਼ਕਤੀਸ਼ਾਲੀ ਤੇਰੇ ਨਾਲ ਮੌਜੂਦ ਹੈ, ਤਾਂ ਤੂੰ ਕਿਸ ਚੀਜ਼ ਦੀ ਚਿੰਤਾ ਕਰ ਰਿਹਾ? ਉੱਤੇ ਵਿਸ਼ਵਾਸ ਕਰ ਕਿ ਜਿੱਥੇ ਮੈਨੂੰ ਜ਼ਰੂਰਤ ਹੋਏਗੀ ਮੇਰਾ ਰੱਬ ਮੇਰੀ ਮਦਦ ਜ਼ਰੂਰ ਕਰੇਗਾ, ਉਹ ਮੇਰਾ ਸਾਥ ਜ਼ਰੂਰ ਦੇਗਾ, ਕਿਉਂਕਿ ਉਹ ਮੈਨੂੰ ਪੈਦਾ ਕਰਕੇ, ਮੈਨੂੰ ਬਣਾ ਕੇ ਉਹ ਭੁੱਲ ਨਹੀਂ ਗਿਆ। ਉਹਨੂੰ ਯਾਦ ਹੈ ਉਹਨੇ ਮੈਨੂੰ ਬਣਾਇਆ, ਤਾਂ ਉਹਨੂੰ ਮੇਰੀ ਫਿਕਰ ਵੀ। ਹੁਣ ਤੁਸੀਂ ਕਿਸੇ ਚੀਜ਼ ਨੂੰ ਬਣਾ ਕੇ ਭੁੱਲ ਜਾਂਦੇ ਹੋ? ਜਰਾ ਗੌਰ ਕਰੋ। ਕਈ ਵਾਰ ਬੰਦਾ ਚਾਹ ਦਾ ਕੱਪ ਵੀ ਬਣਾ ਕੇ ਅੰਦਰ ਰੱਖ ਦੇਵੇ ਨਾ, ਬਾਹਰ ਆ ਕੇ ਉਹ ਮੇਰੀ ਚਾਹ ਠੰਡੀ ਹੋਈ ਨਹੀਂ, ਪੀ ਲਾ ਮੈਂ ਜਾ ਕੇ, ਜਾਂ ਪਹਿਲਾਂ ਚਾਹ ਦਾ ਦੇਖਣਾ ਕੋਈ ਮੱਖੀ ਨਾ ਪੈ ਜਾਵੇ ਵਿੱਚ, ਉਹਦੀ ਫਿਕਰ ਹੁੰਦੀ ਹੈ ਕਿ ਨਹੀਂ ਬੰਦੇ ਨੂੰ? ਤੁਸੀਂ ਇੱਕ ਚਾਹ ਦਾ ਕੱਪ ਵੀ ਬਣਾਉਂਦੇ ਹੋ, ਤੁਹਾਨੂੰ ਉਹਦੀ ਫਿਕਰ ਹੁੰਦੀ ਕਿ ਗਿਰ ਨਾ ਜਾਵੇ, ਮੱਖੀ ਨਾ ਪੈ ਜਾਵੇ, ਜਾ ਕੇ ਉਹਦਾ ਇਸਤੇਮਾਲ ਕਰ ਲਵਾਂ, ਠੰਡੀ ਨਾ ਹੋ ਜਾਵੇ। ਤਾਂ ਹੁਣ ਚਾਹ ਦੇ ਕੱਪ ਦੀ ਤੁਹਾਨੂੰ ਇੰਨੀ ਫਿਕਰ ਹੈ, ਤਾਂ ਰੱਬ ਨੇ ਤਾਂ 9 ਮਹੀਨੇ ਲਾ ਕੇ ਤੁਹਾਨੂੰ ਮਾਂ ਦੇ ਗਰਭ 'ਚ ਬਣਾਇਆ ਹੈ, ਤਾਂ ਉਹਨੂੰ ਤੁਹਾਡੀ ਫਿਕਰ ਕਿਉਂ ਨਹੀਂ ਹੋਏਗੀ? ਜਰਾ ਵਿਸ਼ਵਾਸ ਕਰਨਾ ਸ਼ੁਰੂ ਕਰੀਏ ਆਪਣੇ ਮਾਲਿਕ ਤੇ, ਆਪਣੇ ਪਰਮ ਪਿਤਾ ਪਰਮਾਤਮਾ ਤੇ। ਉਹ ਪਰਮ ਸ਼ਕਤੀਸ਼ਾਲੀ ਜੋ ਇੱਕ ਤਾਕਤ ਹੈ ਨਾ ਸਾਡੇ ਸਭ ਦੇ ਅੰਦਰ ਬੈਠੀ ਹੋਈ, ਚਾਹੇ ਉਹਨੂੰ ਈਸ਼ਵਰ ਕਹਿ ਲਓ, ਅੱਲਾ ਕਹਿ ਲਓ, ਵਾਹਿਗੁਰੂ ਕਹਿ ਲਓ, ਰਾਮ ਕਹਿ ਲਓ, ਭਗਵਾਨ ਕਹਿ ਲਓ, ਉਹ ਸਾਡੇ ਸਭ ਦੇ ਅੰਦਰ ਉਹੀ ਸ਼ਕਤੀ ਕੰਮ ਕਰਦੀ ਹੈ। ਬਸ ਸਾਨੂੰ ਵਿਸ਼ਵਾਸ ਕਰਨਾ ਪੈਣਾ ਹੈ ਕਿ ਕੋਈ ਸਾਥ ਦੇਵੇ ਨਾ ਦੇਵੇ, ਪਰ ਉਹ ਇੱਕ ਐਸੀ ਤਾਕਤ ਹੈ ਜੋ ਹਰ ਜਗ੍ਹਾ ਮੇਰੇ ਨਾਲ ਹੈ। ਸੋਹਣਾ ਸੋਹਣਾ ਮੇਰਾ ਮੁਰਸ਼ਿਦ ਸੋਹਣਾ।